ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ ਮੇਰੀ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਟਲ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਆਪਣੇ ਦਰ ਘਰ ਦੀ ਸੇਵਾ ਸਿਮਰਨ ਹਾਜ਼ਰੀ ਭਰਨ ਦਾ ਸਮਾਂ ਸੁਭਾਗ ਬਖਸ਼ਿਸ਼ ਕੀਤਾ ਹੈ। ਰਾਗੀ ਜੱਥੇ ਨੇ ਬਹੁਤ ਹੀ ਪਿਆਰ ਨਾਲ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਏ ਹਨ। ਸਤਿਗੁਰੂ ਜੀ ਦੀ ਬਾਣੀ ਦਾ ਇਹ ਮਹਾਨ ਉਪਦੇਸ਼ ਹੈ ਕਿ ਕਲਯੁਗ ਦੇ ਵਿੱਚ ਕੀਰਤਨ ਦੀ ਬਹੁਤ ਵੱਡੀ ਮਹਾਨਤਾ ਹੈ। ਕੀਰਤਨ ਬਹੁਤ ਵੱਡਾ ਸਾਧਨ ਹੈ ਸਤਿਗੁਰੂ ਨਾਲ ਜੁੜਨ ਦਾ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ। ਨਾਨਕ ਕਹੈ ਸੁਣ ਰੇ ਮਣਾ ਕਰ ਕੀਰਤਨ ਹੋਏ ਆਧਾਰ। ਗੁਰੂ ਕੀ ਕੀਰਤੀ ਗੁਰੂ ਕਾ ਜਾਸ ਵਡਿਆਈ ਕੀਰਤਨ ਦੇ ਰਾਹੀਂ ਕਰਨਾ। ਫਿਰ ਗੁਰਬਾਣੀ ਦਾ ਕੀਰਤਨ ਇਹ ਤਾਂ ਬਹੁਤ ਹੀ ਵੱਡੀ ਦਾਤ ਹੈ, ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਉਸ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਕੁਝ ਸਮੇਂ ਲਈ ਜੋ ਇਸ ਪਾਵਨ ਸਥਾਨ ਦੀ ਮਰਜ਼ਾਦਾ ਅਨੁਸਾਰ ਸਤਿਗੁਰੂ ਜੀ ਦੀ ਅਗਾਧ ਬੋਧ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਇਸ ਸਥਾਨ 'ਤੇ ਰੋਜ਼ਾਨਾ ਹੀ ਵੱਖ ਵੱਖ ਵਿਦਵਾਨਾਂ ਸੰਤਾਂ ਮਹਾਂਪੁਰਖਾਂ ਪਾਸੋਂ ਆਪ ਸਰਵਣ ਕਰਦੇ ਹੋ। ਜੋ ਇਸ ਸਥਾਨ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਆਪ ਜੀ ਨੂੰ ਪਾਵਨ ਸ੍ਰੀ ਮੁਖਵਾਕ ਸਰਵਣ ਕਰਵਾਇਆ ਹੈ, ਇਹ ਸ੍ਰੀ ਰਾਗ ਦੇ ਵਿੱਚ ਅੰਕਿਤ ਹੈ। ਸਾਧ ਸੰਗਤ ਜੀ, ਸ੍ਰੀ ਰਾਗ ਰਾਗਾਂ ਵਿੱਚ ਸ੍ਰੀ ਰਾਗ ਹੈ ਜਿਸ ਸੱਚ ਧਰੇ ਪਿਆਰ। ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਸਤਿਗੁਰੂ ਜੀ ਨੇ ਵਰਣਨ ਕੀਤਾ ਹੈ। ਸਤਿਗੁਰੂ ਜੀ ਨੇ ਰਾਗਾਂ ਦੀ ਆਰੰਭਤਾ ਕਰਨ ਵਾਸਤੇ ਸ੍ਰੀ ਰਾਗ ਵਰਤਿਆ ਹੈ। ਜਪਜੀ ਸਾਹਿਬ ਰਹਿਰਾਸ ਕੀਰਤਨ ਸੋਹਿਲ ਤੋਂ ਬਾਅਦ ਜਦੋਂ ਰਾਗਾਂ ਦੀ ਵਾਰੀ ਆਈ, ਬਾਣੀ ਰਾਗਾਂ ਵਿੱਚ ਸਤਿਗੁਰੂ ਜੀ ਨੇ ਲਿਖਾਉਣੇ ਆਰੰਭ ਕੀਤੇ, ਤਾਂ ਫਿਰ ਸ੍ਰੀ ਰਾਗ ਸਭ ਤੋਂ ਪਹਿਲਾ ਰਾਗ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਸਤਿਗੁਰੂ ਕਿਰਪਾ ਕਰਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ। ਗੁਰੂ ਕੀ ਬਾਣੀ 'ਤੇ ਸਾਨੂੰ ਭਰੋਸਾ ਆ ਜਾਵੇ। ਇਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਕਿਰਪਾ ਹੋਵੇਗੀ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਦੇ ਦਰ 'ਤੇ ਤਾਂ ਅਸੀਂ ਆਉਂਦੇ ਹਾਂ, ਸਿੱਖ ਸੰਗਤਾਂ ਆਉਂਦੀਆਂ ਨੇ, ਸਤਿਗੁਰੂ ਦੇ ਦਰ 'ਤੇ ਨਮਸਕਾਰਾਂ ਕਰਦੀਆਂ ਹਨ, ਪਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਹੜੇ ਗੁਰਸਿੱਖ ਬਾਣੀ ਨੂੰ ਸੱਤ ਕਰਕੇ ਸੱਚੀ ਬਾਣੀ ਸਮਝ ਕੇ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ, ਉਹਨਾਂ ਦੇ ਭਾਗ ਬਹੁਤੇ ਵੱਡੇ ਨੇ। ਕੋਸ਼ਿਸ਼ ਕਰੀਏ ਕਿ ਇਹ ਬਾਣੀ ਸਾਡੇ ਹਿਰਦੇ 'ਚ ਵਸ ਜਾਵੇ।
ਸਤਿਗੁਰੂ ਜੀ ਫਰਮਾਉਂਦੇ ਨੇ, ਸ੍ਰੀ ਰਾਗ ਮਹੱਲਾ ਪੰਜਵਾ, ਘਰ ਪਹਿਲਾ। ਸਤਿਗੁਰੂ ਜੀ ਨੇ 17 ਘਰ ਵਰਤੇ ਨੇ ਗੁਰਬਾਣੀ ਵਿੱਚ। ਵੈਸੇ ਸੰਸਕ੍ਰਿਤੀ ਵਿੱਚ, ਗੀਤਾ ਜੀ ਵਿੱਚ ਜਾਂ ਹੋਰ ਜਿਹੜੇ ਗ੍ਰੰਥ ਲਿਖੇ ਵਿੱਚ ਨੇ, ਉਹਨਾਂ ਵਿੱਚ 62 ਧਾਮ ਨੇ। 62 ਧਾਮ, ਧਾਮ ਨਾਮ ਵੀ ਘਰ ਦਾ ਹੈ। ਅਤੇ ਸਤਿਗੁਰੂ ਜੀ ਨੇ ਪਿਓਰ ਪੰਜਾਬੀ ਵਿੱਚ ਇਸ ਦਾ ਨਾਮ ਘਰ ਹੀ ਵਰਤਿਆ। ਅਤੇ ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਅੰਕਿਤ ਕੀਤੀ ਹੈ। ਵੈਸੇ ਬਾਣੀ ਸੁਤੰਤਰ ਹੈ, ਜਿਵੇਂ ਕਾਨੜਾ ਹੈ, ਬਿਹਾਗੜਾ ਹੈ। ਸਤਿਗੁਰੂ ਜੀ ਨੇ ਇਹਨਾਂ ਰਾਗਾਂ ਦੇ ਵਿੱਚ ਘਰਾਂ ਦਾ ਵਰਣਨ ਨਹੀਂ ਕੀਤਾ, ਕਿਉਂਕਿ ਬਾਣੀ ਤਾਂ ਸੁਤੰਤਰ ਹੈ ਨਾ। ਇਸ ਵਾਸਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕਰਨਾ ਸੀ ਕਿ ਭਾਈ ਰਾਗੀ ਸਿੰਘਾਂ ਨੂੰ ਇਹ ਸਮਝਾਉਣਾ ਸੀ ਕਿ ਸੁਰ ਅਤੇ ਤਾਲ ਨੂੰ ਮਿਲਾਉਣ ਵਾਸਤੇ ਕਿਹੜੇ ਘਰ ਵਿੱਚ ਇਸ ਬਾਣੀ ਦਾ ਗਾਇਨ ਕਰਨਾ, ਉੱਥੇ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਸੋ ਸਤਿਗੁਰੂ ਜੀ ਬਹੁਤ ਹੀ ਵਿਰਾਗਮਈ ਸਾਨੂੰ ਉਪਦੇਸ਼ ਬਖਸ਼ਦੇ ਨੇ। ਗੁਰੂ ਕੀ ਬਾਣੀ ਪੜ੍ਹਨ ਦੇ ਨਾਲ ਹੀ ਬਹੁਤ ਸਾਰਾ ਮਨੁੱਖ ਨੂੰ ਗਿਆਨ ਹੋ ਜਾਂਦਾ ਵੀ ਇਹ ਬਾਣੀ ਸਾਨੂੰ ਕੀ ਦੱਸ ਰਹੀ ਹੈ। ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲੱਤਰ ਸੀਗਾਰ। ਇਹ ਸਾਡੀ ਸਭਨਾਂ ਦੀ ਬਹੁ ਗਿਣਤੀ ਦੀ ਮਨ ਦੀ ਹਾਲਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਾਂ ਰੋਵਣ ਲਗਤ ਹੈ। ਜਦੋਂ ਕੋਈ ਪ੍ਰਾਪਤੀ ਹੁੰਦੀ, ਬੜਾ ਹੰਕਾਰ ਮਨ ਵਿੱਚ ਵੱਧ ਜਾਂਦਾ ਹੈ। ਅਤੇ ਸਤਿਗੁਰੂ ਜੀ ਇਹ ਖਿਆਲਾਂ ਦੀ ਹਵਾ ਵਿੱਚ ਉੜਦੇ ਹੋਏ ਮਨ ਨੂੰ ਜ਼ਮੀਨ 'ਤੇ ਲਾਉਂਦੇ ਨੇ ਕਿ ਭਾਈ ਧਰਤੀ 'ਤੇ ਪੈਰ ਲਾ ਕੇ ਰੱਖ, ਕਿੰਨਾ ਕੁ ਤੇਰਾ ਵਜੂਦ ਹੈ, ਆ ਤੈਨੂੰ ਸਮਝਾਈਏ। ਕਿਹਦੇ ਵਾਸਤੇ ਤੂੰ ਇਸ ਰੰਗ ਵਿੱਚ ਰੰਗਿਆ ਗਿਆ, ਹੰਕਾਰ ਦੇ ਰੰਗ ਵਿੱਚ ਰੰਗਿਆ ਗਿਆ? ਕਿਉਂਕਿ ਆਹ ਮੇਰੇ ਪੁੱਤਰ ਹਨ ਅਤੇ ਆਹ ਮੇਰਾ ਸਗਲ ਕੁਟੁੰਬ ਪਰਿਵਾਰ ਹੈ। ਇਸਤਰੀ ਤੋਂ ਵਧਿਆ ਹੋਇਆ ਜਿਹੜਾ ਪਰਿਵਾਰ ਹੈ ਉਹਨੂੰ ਕੁਟੁੰਬ ਲਿਖਿਆ ਮਹਾਰਾਜ ਨੇ। ਸੋ ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਕਿ ਪੁੱਤਰ ਅਤੇ ਗਾਂ ਪੁੱਤਰਾਂ ਦੇ ਪੁੱਤਰ ਕਲੱਤਰ। ਕਹਿੰਦੇ ਭਾਈ ਪੁੱਤਰ ਧੀਆਂ, ਪੋਤਰੇ ਦੋਤਰੇ, ਇਹ ਪਰਿਵਾਰ ਅਤੇ ਇਹਨਾਂ ਦਾ ਸ਼ਿੰਗਾਰ। ਵੀ ਤੇਰੇ ਹੱਥ ਦੇ ਵਿੱਚ ਛਾਪਾਂ ਬੜੀਆਂ ਸੋਹਣੀਆਂ ਲੱਗਦੀਆਂ, ਗਲ ਵਿੱਚ ਕੈਂਠਾ ਬੜਾ ਫੱਬਦਾ ਹੈ, ਸੋਨੇ ਦਾ ਕੜਾ ਹੋਵੇ ਤੇ ਕਹਿਣਾ ਹੀ ਕਿਹਾ ਹੈ। ਇਹ ਤਾਦਕ ਆਪਣੇ ਆਪ ਨੂੰ ਸੋ ਦੁਨੀਆ ਦੀਆਂ ਕੀਮਤੀ ਚੀਜ਼ਾਂ ਦੇ ਨਾਲ ਸ਼ਿੰਗਾਰ ਕੇ ਮਨ ਵਿੱਚ ਹੰਕਾਰ ਕਰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇੱਥੇ ਵੀ ਤੇਰਾ ਮਨ ਕਿਹੜਾ ਠਹਿਰ ਗਿਆ, ਇੱਥੇ ਵੀ ਨਹੀਂ ਖੜਾ। ਕਿਉਂਕਿ ਜੇ ਤਾਂ ਤੇਰਾ ਵਜੂਦ ਹੁੰਦਾ ਕਿ ਤੂੰ ਸਮਝ ਲੈਂਦਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਸ ਪਾਸੇ ਤੁਰਿਆ ਨਹੀਂ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਭਾਈ ਕਾਹਦੇ ਵਾਸਤੇ? ਕਿਆ ਤੂੰ ਰੱਤਾ ਦੇਖ ਕੇ, ਕਹਿੰਦੇ ਕਾਹਦੇ ਵਾਸਤੇ ਤੂੰ ਇਹਨਾਂ ਵਿੱਚ ਖਚਿਤ ਹੋ ਗਿਆ, ਇਹਨਾਂ ਵਿੱਚ ਹੀ ਰਚ ਗਿਆ। ਕਿਹਦੇ ਵਿੱਚ ਰਚ ਗਿਆ? ਕਹਿੰਦੇ ਪੁੱਤਰ ਕਲੱਤਰ ਸੀਗਾਰ, ਪਰਿਵਾਰਕ ਰਿਸ਼ਤਿਆਂ ਵਿੱਚ ਅਤੇ ਪਰਿਵਾਰ ਦੇ ਬਣੇ ਹੋਏ ਗਹਿਣਿਆਂ ਵਿੱਚ। ਕਹਿੰਦੇ ਇਹਦੇ ਸ਼ਿੰਗਾਰ ਕਰਨ ਦੇ ਵਿੱਚ, ਬੜੇ ਤਰ੍ਹਾਂ ਦੇ ਸ਼ਿੰਗਾਰ ਕਰਨ ਦੇ ਵਿੱਚ ਵੀ ਤੂੰ ਆਪਣਾ ਵਜੂਦ ਹੀ ਭੁੱਲ ਜਾਂਦਾ ਕਿ ਸਿੱਖੀ ਦੇ, ਜਿਹੜੀ ਸਿੱਖੀ ਦੇ ਵਿੱਚ ਮੈਂ ਪੈਦਾ ਹੋਇਆ ਹੈ, ਜਿਹੜੀ ਸਿੱਖੀ ਦੀ ਦੁਨੀਆ ਵਿੱਚ ਵਡਿਆਈ ਹੈ, ਜਿਹੜੀ ਸਿੱਖੀ ਦੀ ਖਾਤਰ ਸਿੱਖਾਂ ਨੇ ਸਿਰ ਵਾਰੇ ਨੇ, ਮਾਸੂਮ ਬੱਚਿਆਂ ਦੀਆਂ ਬੋਟੀਆਂ ਕਰਵਾ ਕੇ ਸਾਡੀਆਂ ਮਾਤਾਵਾਂ ਨੇ ਇਸ ਸਿੱਖੀ ਦੀ ਖਾਤਰ ਆਪਣੇ ਮਾਸੂਮ ਪੁੱਤਰਾਂ ਨੂੰ ਝੋਲੀਆਂ ਵਿੱਚ ਪਵਾ ਲਿਆ, ਗਲਾਂ ਦੇ ਹਾਰ ਬਣਵਾ ਲਿਆ, ਸਿੱਖ ਦੇਗਿਆਂ ਵਿੱਚ ਉਬਲ ਗਏ। ਇਹ ਸਿੱਖੀ ਦੀ ਖਾਤਰ ਹੀ ਉਬਲ ਗਏ ਨਾ। ਕਹਿੰਦੇ ਪਰ ਜਦੋਂ ਤੂੰ ਸ਼ਿੰਗਾਰ ਕਰਨ ਲੱਗਾ ਤੇ ਤੂੰ ਤੇ ਵੇਖਿਆ ਹੀ ਨਹੀਂ ਕਿ ਇਸ ਸ਼ਿੰਗਾਰ ਦੇ ਵਿੱਚ ਮੈਂ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ। ਤੂੰ ਸ਼ਿੰਗਾਰ ਕਰਦਿਆਂ ਕਰਦਿਆਂ ਮੈਂ ਸੋਹਣਾ ਲੱਗਾ
ਕੇਸ ਕਟਾ ਦਿੱਤੇ, ਦਾੜੀ ਕਟਾ ਦਿੱਤੀ। ਬੀਬੀਆਂ ਦੇ ਦਾੜੀ ਨਹੀਂ ਆਉਂਦੀ ਪਰਮਾਤਮਾ ਵੱਲੋਂ, ਕਸਰ ਇਹਨਾਂ ਵੀ ਨਹੀਂ ਛੱਡੀ। ਆ ਬਿਊਟੀ ਪਾਰਲਰਾਂ 'ਤੇ ਜਾ ਜਾ ਕੇ ਭਰਵੱਟੇ ਹੀ ਬਣਾ ਦਿੱਤੇ ਕਿ ਸਿੱਖੀ ਦਾ ਨੁਕਸਾਨ ਜ਼ਰੂਰ ਕਰਨਾ, ਕੋਈ ਰਹਿ ਨਾ ਜਾਵੇ ਕਸਰ। ਮਾਰੇ ਕਹਿੰਦੇ ਕਾਹਦੇ ਲਈ ਭਾਈ? ਵੀ ਮੈਂ ਸੋਹਣਾ ਲੱਗਾ? ਨਹੀਂ, ਤੂੰ ਇਹਦੇ ਵਿੱਚ ਖਚਿਤ ਹੋ ਗਿਆ, ਤੈਨੂੰ ਕਦਰ ਨਹੀਂ ਰਹੀ, ਨਾ ਤੇ ਆਪਣੇ ਆਪ ਦੀ, ਤੇਰੇ ਵਜੂਦ ਦੀ ਕਦਰ ਰਹੀ, ਤੇ ਨਾ ਤੂੰ ਸਿੱਖੀ ਦੇ ਅਸੂਲਾਂ ਦੇ ਵਿੱਚ ਹੀ ਪ੍ਰਪੱਕ ਹੋਇਆ। ਇਹਨੂੰ ਤੂੰ ਪਾਲਿਆ ਵੀ ਨਹੀਂ, ਸਿੱਖੀ ਦੇ ਅਸੂਲਾਂ ਨੂੰ ਨਹੀਂ ਪਾਲਿਆ। ਇਸ ਵਾਸਤੇ ਤੂੰ ਇਹਨਾਂ ਝੂਠੇ ਸ਼ਿੰਗਾਰਾਂ ਦੇ ਵਿੱਚ ਖਚਿਤ ਹੋ ਗਿਆ। ਤੇ ਹਜ਼ੂਰ ਫਰਮਾਉਂਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਕਹਿੰਦੇ ਇਹ ਤੇ ਛੱਡ ਜਾਣਾ ਨਾ ਇੱਥੇ, ਪਰ ਜਿਹੜਾ ਗਹਿਣਾ ਤੇਰੇ ਨਾਲ ਜਾਣਾ ਸੀ ਉਹਦੇ ਵੱਲ ਤੂੰ ਖਿਆਲ ਨਹੀਂ ਕੀਤਾ। ਤੇ ਹਜ਼ੂਰ ਅੱਗੇ ਫਰਮਾਉਂਦੇ ਨੇ, ਰਸ ਭੋਗਾ ਹੈ, ਖੁਸ਼ੀਆਂ ਕਰਾ ਹੈ, ਮਾਣਾ ਹੈ ਰੰਗ ਅਫਾਰ। ਕਹਿੰਦੇ ਫਿਰ ਤਰ੍ਹਾਂ ਤਰ੍ਹਾਂ ਦੇ ਰਸ ਭੋਗਦਾ ਹੈ ਤੂੰ, ਵਿਸ਼ੇ ਰਾਗ ਰਸ ਭੋਗਦਾ ਹੈ, ਔਰ ਤੂੰ ਖਾਣ ਪੀਣ ਦੇ ਰਸ ਭੋਗਦਾ ਹੈ, ਪਹਿਨਣ ਦੇ, ਤੇ ਤੂੰ ਸਪਰਸ਼ ਦੇ ਰਸ ਭੋਗਦਾ ਹੈ, ਇੰਨੇ ਰਸ ਭੋਗਦਾ ਹੈ। ਕਹਿੰਦੇ ਅਸਲ ਰਸ ਨੂੰ ਤੂੰ ਜਾਣਿਆ ਨਹੀਂ, ਇਸ ਕਰਕੇ ਤੂੰ ਝੂਠੇ ਰਸਾਂ ਦੇ ਵਿੱਚ ਪੈ ਗਿਆ। ਇਸੇ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਭਾਈ, ਜੇ ਪਰਮਾਤਮਾ ਦੇ ਰਸ ਨੂੰ ਤੂੰ ਜਾਣਨਾ ਸੀ ਤੇ ਰਤਾ ਕੁ ਖਿਆਲ ਕਰੀਂ ਕਿ ਇਹ ਰਸ ਤੇਰੇ ਸਰੀਰ ਵਾਸਤੇ, ਤੇਰੇ ਮਨ ਵਾਸਤੇ, ਤੇਰੀ ਬੁੱਧੀ ਵਾਸਤੇ ਸਮਝਣ ਲਈ ਜ਼ਰੂਰੀ ਨਹੀਂ ਸਨ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠੇ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਕਹਿੰਦੇ ਫਿਰ ਨਾਮ ਦਾ ਨਿਵਾਸ ਕਿੱਥੇ ਹੋਊਗਾ ਜੇ ਤੂੰ ਇਹਨਾਂ ਰਸਾਂ ਦੇ ਵਿੱਚ ਹੀ ਖਚਿਤ ਹੋਇਆ ਰਿਹਾ। ਹਜ਼ੂਰ ਫਰਮਾਉਂਦੇ ਨੇ ਕਿ ਰਸ ਭੋਗਾ ਹੈ, ਖੁਸ਼ੀਆਂ ਕਰੇ, ਬੜੀਆਂ ਖੁਸ਼ੀਆਂ ਮਨਾਉਂਦਾ ਹੈ ਕਿ ਮੇਰੇ ਵਰਗੇ ਜਿੰਨਾ ਮੇਰਾ ਹੁਕਮ ਚੱਲਦਾ ਹੈ ਇਹਨਾਂ ਤੱਕ ਕਿਸੇ ਦਾ ਚੱਲਦਾ ਹੀ ਨਹੀਂ। ਜਿਨ੍ਹਾਂ ਪਦਾਰਥਾਂ ਨੂੰ ਮੈਂ ਭੋਗ ਸਕਦਾ, ਜਿਨ੍ਹਾਂ ਵਿਸ਼ਿਆਂ ਨੂੰ ਮੈਂ ਭੋਗ ਸਕਦਾ, ਹੋਰਨਾਂ ਲੋਕਾਂ ਕੋਲ ਤਾਂ ਇੰਨੇ ਸਾਧਨ ਹੀ ਨਹੀਂ। ਜਿਹੜੇ ਰਸ ਮੈਂ ਮਾਣ ਸਕਦਾ ਹੈ ਇਹ ਹਰ ਇੱਕ ਨੂੰ ਨਹੀਂ ਮਿਲ ਸਕਦੇ। ਇਹਦੇ ਵਿੱਚ ਤੂੰ ਬਹੁਤ ਵੱਡਾ ਹੰਕਾਰ ਵਿੱਚ ਆ ਗਿਆ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਰਸਨਾ ਤੂੰ ਅਣਰਸ ਰਾਤੀ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੀ। ਕਹਿੰਦੇ ਤੂੰ ਇਹਨਾਂ ਰਸਾਂ ਵਿੱਚ ਰਚੀ ਤਾਂ ਰਹੀ ਕਿ ਤੂੰ ਰੱਜ ਗਈ ਇਹਨਾਂ ਰਸਾਂ ਨਾਲ। ਮਹਾਰਾਜ ਕਹਿੰਦੇ ਇੱਕ ਨਿਖਮ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਾਸਤੇ ਵੀ ਤੇਰੀ ਤ੍ਰਿਪਤੀ ਤੇ ਹੋਈ ਹੀ ਨਹੀਂ। ਹਾਂ ਰਸਾ ਜੇਤੇ ਤੇ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖ ਹੈ ਸਾਧ, ਚਾਖਤ ਹੋਏ ਰਹਿ ਬਸਮਾਦ। ਹੈਰਾਨ ਹੋ ਜਾਏਗਾ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਰਸ ਨੂੰ ਚੱਖ ਲਵੇਂ। ਚੱਖਿਆ ਸੀ ਨਾ, ਚੱਖਿਆ ਕਿਸੇ ਨੇ ਕਿ ਕਹਿਣ ਦੀਆਂ ਹੀ ਗੱਲਾਂ ਨੇ। ਸਤਿਗੁਰੂ ਜੀ ਫਰਮਾਉਂਦੇ ਨੇ, ਨਹੀਂ ਭਾਈ, ਭਗਤ ਕਬੀਰ ਜੀ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਇਸ ਰਸ ਦਾ ਵਰਣਨ ਕਰਦੇ ਨੇ। ਜਦੋਂ ਭਗਤ ਜੀ ਨੂੰ ਪੁੱਛਿਆ ਤੇ ਉਹ ਦੱਸਣ ਲੱਗ ਗਏ ਕਿ ਪਰਮਾਤਮਾ ਦੇ ਨਾਮ ਦਾ ਰਸ ਸਭ ਤੋਂ ਵੱਡਾ, ਸਭ ਤੋਂ ਮਿੱਠਾ, ਸਭ ਤੋਂ ਅਤਿਅੰਤ ਹੀ ਅਚਰਜ ਕਰਨ ਵਾਲਾ ਹੈ। ਤੇ ਜਿਹੜੇ ਦੁਨੀਆ ਦੇ ਰਸ ਚੱਖਣ ਵਾਲੇ ਸਨ ਉਹਨਾਂ ਨੇ ਪੁੱਛਿਆ, ਭਗਤ ਜੀ ਦੱਸੋ ਕਿੰਨਾ ਕੁ ਮਿੱਠਾ ਹੈ? ਗੁੜ ਜਿੰਨਾ ਮਿੱਠਾ ਹੈ, ਸ਼ੱਕਰ ਜਿੰਨਾ ਮਿੱਠਾ ਹੈ, ਮਿਸਰੀ ਜਿੰਨਾ ਮਿੱਠਾ ਹੈ? ਭਗਤ ਜੀ ਸੰਬੋਧਨ ਕਰਦੇ ਨੇ ਕਿ ਭਾਈ ਇਹ ਰਸ ਵੀ ਮਿੱਠੇ ਨੇ। ਇਹ ਰਸਨਾ ਨਾਂ ਹੀ ਇਸ ਦਾ ਨਾਂ ਹੈ ਕਿ ਇਹ ਰਸਾਂ ਨੂੰ ਚੱਖਦੀ ਹੈ, ਪਰ ਰਸ ਨਾ। ਜਦੋਂ ਇਹਨਾਂ ਰਸਾਂ ਦਾ ਨਾਂ ਛੱਡ ਗਈ, ਰਸਾਂ ਤੋਂ ਨਾ ਕਰ ਦਿੱਤੀ, ਕਹਿੰਦੇ ਇਹ ਰਸ ਛੱਡੇ ਉਹ ਰਸ ਆਵੈ, ਉਹ ਰਸ ਚੱਖ ਹੈ, ਇਹ ਰਸ ਨਹੀਂ ਭਾਵੈ। ਫਿਰ ਕਹਿੰਦੇ ਭਾਉਣਾ ਹੀ ਨਹੀਂ ਇਹ ਰਸ ਤਾਂ। ਕਹਿੰਦੇ ਕਿੰਨਾ ਕੁ ਮਿੱਠਾ? ਫਿਰ
ਕਬੀਰ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਮਿੱਠੀਆਂ ਤਾਂ ਹੈਗੀਆਂ ਏ, ਪਰ ਰੱਬ ਦੇ ਨਾਮ ਦੇ ਰਸ ਜਿੰਨੀਆਂ ਮਿੱਠੀਆਂ ਨਹੀਂ ਹੈਗੀਆਂ। ਉਹ ਤੇ ਰਸ ਬਹੁਤਾ ਹੀ ਮਿੱਠਾ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ, ਤੂੰ ਤੇ ਭਾਈ ਇਹ ਝੂਠੇ ਰਸਾਂ ਨੂੰ ਭੋਗ ਕੇ ਬੜੀਆਂ ਖੁਸ਼ੀਆਂ ਮਨਾਉਣਾ ਹੈ, ਅਤੇ ਇਸ ਰੰਗ ਦੇ ਵਿੱਚ ਹੀ ਆਪਣੇ ਆਪ ਨੂੰ ਪਾਰਾਵਾਰ ਤੋਂ ਰਹਿਤ ਸਮਝਦਾ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਹੈ। ਬਹੁਤ ਕਰਾ ਫਰਮਾਇਸ਼ੀ ਵਰਤਾ ਹੋਏ ਅਫਾਰ। ਕਹਿੰਦੇ ਬੜੀਆਂ ਫਰਮਾਇਸ਼ਾਂ ਕਰਦਾ ਕਿ ਮੈਨੂੰ ਵਲਾਇਤ ਦੇ ਤੋਹਫੇ ਮਿਲ ਜਾਣ। ਤਰ੍ਹਾਂ ਤਰ੍ਹਾਂ ਦੀਆਂ ਤੇਰੀਆਂ ਫਰਮਾਇਸ਼ਾਂ ਦਾ ਵੀ ਅੰਤ ਕੋਈ ਨਹੀਂ, ਕਿ ਮਨ ਦੇ ਵਿੱਚੋਂ ਇਤਨੇ ਫੁਰਨੇ ਪੈਦਾ ਹੁੰਦੇ ਨੇ ਕਿ ਤੇਰੀਆਂ ਫਰਮਾਇਸ਼ਾਂ ਜਦੋਂ ਪੂਰੀਆਂ ਵੀ ਹੋ ਜਾਣ ਤੇ ਫਿਰ ਕਹਿੰਦੇ ਆਫਰਿਆ ਫਿਰਦਾ। ਆਫਾਰ ਦਾ ਅਰਥ ਹੈ ਕਿ ਜਿਹੜਾ ਆਪੇ ਤੋਂ ਬਾਹਰ ਹੋ ਜਾਵੇ, ਪਕੜ ਤੋਂ ਬਾਹਰ ਹੋ ਜਾਵੇ। ਇਸ ਵਾਸਤੇ ਕਹਿੰਦੇ ਤੂੰ ਬਹੁਤੀਆਂ ਫਰਮਾਇਸ਼ਾਂ ਨੂੰ ਪ੍ਰਾਪਤ ਕਰਕੇ, ਤੇਰੀਆਂ ਫਰਮਾਇਸ਼ਾਂ ਵੀ ਤਾਂ ਝੂਠੀਆਂ ਹੀ ਹੈ ਨਾ, ਪਰ ਇਹਨਾਂ ਦੇ ਵਿੱਚ ਲੱਗ ਕੇ ਤੂੰ ਬਹੁਤ ਆਫਰਿਆ ਹੋਇਆ ਹੈ। ਤੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ, ਰਿਸ਼ਤੇਦਾਰ ਨੂੰ ਰਿਸ਼ਤੇਦਾਰ ਨਹੀਂ ਸਮਝਦਾ, ਕਿਉਂਕਿ ਤੇਰੇ ਕੋਲ ਮਾਇਆ ਦਾ ਰੰਗ ਹੈ, ਇਹਦੇ ਵਿੱਚ ਹੀ ਤੂੰ ਲੱਗ ਗਿਆ। ਅਤੇ ਫਿਰ ਇੱਥੇ ਤੂੰ ਬੰਦੇ ਨੂੰ ਤਾਂ ਕੀ ਸਮਝਣਾ ਸੀ, ਤੂੰ ਰਿਸ਼ਤੇਦਾਰਾਂ ਨੂੰ ਤਾਂ ਕੀ ਸਮਝਣਾ ਸੀ। ਸਾਧ ਸੰਗਤ ਜੀ, ਇੱਕ ਵਿਅਕਤੀ ਸੀ ਜਿਹੜਾ ਰੱਬ ਦੀ ਭਾਵ ਭਗਤੀ ਵਾਲਾ ਸੀ। ਉਹਨੇ ਇਹ ਸਤਸੰਗਤ ਵਿੱਚ ਸੁਣਿਆ ਹੋਇਆ ਸੀ ਕਿ ਜਿਹੜਾ ਕੁਰਸੀ ਦਾ ਨਸ਼ਾ ਹੈ, ਇਹ ਬੜਾ ਤੇਜ਼ ਤਰਾਰ ਨਸ਼ਾ ਹੈ। ਮਨੁੱਖ ਕੁਰਸੀ ਪ੍ਰਾਪਤ ਕਰਕੇ, ਹਕੂਮਤ ਦੀ ਸੱਤਾ ਨੂੰ ਪ੍ਰਾਪਤ ਕਰਕੇ ਇਹ ਰਿਸ਼ਤੇਦਾਰਾਂ ਨੂੰ ਭੁੱਲ ਜਾਂਦਾ ਹੈ, ਪਰਿਵਾਰ ਨੂੰ ਭੁੱਲ ਜਾਂਦਾ ਹੈ। ਅਤੇ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਕੱਲ੍ਹ ਨੂੰ ਜਾਂ ਹੋਰ 2-4 ਦਿਨਾਂ ਨੂੰ ਮੈਨੂੰ ਸੱਤਾ ਪ੍ਰਾਪਤੀ ਹੋਣੀ ਆ। ਉਹਨੇ ਰਿਸ਼ਤੇਦਾਰ ਇਕੱਠੇ ਕੀਤੇ, ਕਹਿਣ ਲੱਗਾ ਭਾਈ ਅੱਜ ਜੀ ਨੇ ਮੇਰੇ ਨਾਲ ਗੱਲ ਕਰਨੀ ਹੈ, ਕਰ ਲਓ। ਕੁਛ ਨਹੀਂ ਕਰਨਾ, ਕੋਈ ਮਸ਼ਵਰਾ ਕਰਨਾ, ਕਰ ਲਓ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਮੈਂ ਤੁਹਾਨੂੰ ਦੱਸਦਾ, ਕਿਉਂਕਿ ਮੈਂ ਸਤਸੰਗਤ ਵਿੱਚ ਸੁਣੀ ਹੈ ਇਹ ਵਾਰਤਾ, ਮਾਇਆ ਧਾਰੀ ਅਤ ਅੰਨਾ ਬੋਲਾ। ਕਹਿੰਦੇ ਕੱਲ੍ਹ ਨੂੰ ਨਾ ਕਿ ਉਹ ਵੀ ਸਾਡੀ ਗੱਲ ਨਹੀਂ ਸੁਣਦਾ, ਬੋਲਾ ਹੋਇਆ ਫਿਰਦਾ ਹੈ। ਕਹਿੰਦੇ ਤੇਰੀ ਗੱਲ ਸਮਝੇ ਨਹੀਂ ਅਸੀਂ। ਕਹਿੰਦੇ ਚੰਗਾ ਸਮਝ ਜਾਓਗੇ। ਸਤਾ ਪ੍ਰਾਪਤੀ ਹੋ ਗਈ, ਅਤੇ ਜਿਨ੍ਹਾਂ ਦੀ ਰਿਸ਼ਤੇਦਾਰੀ ਸੀ ਉਹ ਕਹਿਣ ਇਹ ਸਾਡਾ ਫੁੱਫੜ ਹੈ, ਸਾਡਾ ਮਾਸੜ ਹੈ, ਇਹ ਸਾਡਾ ਭਤੀਜਾ ਹੈ। ਪਰ ਜਦੋਂ ਉਹਦੇ ਕੋਲ ਜਾਣ ਉਹ ਗੱਲ ਹੀ ਨਾ ਸੁਣੇ, ਉਹ ਗੱਲ ਕਰੇ ਨਾ, ਦੇਖੇ ਹੀ ਨਾ ਉੱਧਰ ਨੂੰ। ਕਹਿੰਦੇ ਕੀ ਗੱਲ ਹੋ ਗਈ ਭਾਈ, ਤੂੰ ਤਾਂ ਸਾਡੇ ਨਾਲ ਮਿਲਦਾ ਵਰਤਦਾ ਸੀ, ਹੁਣ ਕੀ ਹੋਇਆ? ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਇਹ ਸਤਾ ਪ੍ਰਾਪਤੀ ਤੋਂ ਪਹਿਲਾਂ ਮੇਰੇ ਨਾਲ ਗੱਲ ਕਰ ਲਓ। ਇਹ ਦ੍ਰਿਸ਼ਟਾਂਤ ਹੈ ਸਾਧ ਸੰਗਤ, ਅਤੇ ਦਾਤ ਦ੍ਰਿਸ਼ਟਾਂਤ ਤੁਸੀਂ ਦੁਨੀਆ ਦਾ ਦੇਖ ਲਓ। ਦੁਨੀਆ ਦੀ ਹਾਲਤ ਹੀ ਹੁੰਦੀ, ਜਦੋਂ ਸਤਾ ਪ੍ਰਾਪਤੀ ਦਾ ਸਾਧਨ ਵਰਤਣਾ ਹੁੰਦਾ ਹੈ, ਉਦੋਂ ਤਾਂ ਸਾਧ ਸੰਗਤ ਜੀ ਸਤਾ ਪ੍ਰਾਪਤ ਕਰਨ ਵਾਲੇ ਲੋਕ ਸੰਗਤ ਦੇ ਮੂਹਰੇ ਹੱਥ ਜੋੜਦੇ ਨੇ ਕਿ ਅਸੀਂ ਤੁਹਾਡੇ ਦਾਸ ਹਾਂ। ਵੱਡੇ ਵੱਡੇ ਬੋਰਡ ਲਿਖ ਕੇ ਲਾ ਦਿੰਦੇ ਨੇ, ਰਾਜ ਨਹੀਂ ਸੇਵਾ, ਵੀ ਸਾਡਾ ਰਾਜ ਨਹੀਂ ਹੋਊਗਾ, ਸਾਡੀ ਤਾਂ ਤੁਹਾਡੇ ਨਾਲ ਹੱਥ ਜੋੜ ਕੇ ਸੇਵਾ ਕਰਾਂਗੇ ਤੁਹਾਡੀ। ਆਮ ਤੌਰ 'ਤੇ ਹੀ ਅਸੀਂ ਵੱਡੀਆਂ ਵੱਡੀਆਂ ਪੁਰਾਣੀਆਂ ਵੀ ਜੇ ਗਾਥਾਵਾਂ ਸਾਖੀਆਂ ਪੜ੍ਹੀਏ ਸੁਣੀਏ ਤਾਂ ਆਪਾਂ ਦੇਖਦੇ ਹਾਂ ਕਿ ਰਾਜਿਆਂ ਦਾ ਧਰਮ ਹੁੰਦਾ ਸੀ, ਸੀਲ ਧਰਮ ਚਾਲੋ ਸੁਲਤਾਨ। ਸਤਿਗੁਰੂ ਜੀ ਬਾਣੀ ਵਿੱਚ ਰਾਜਿਆਂ ਨੂੰ ਵੀ ਉਪਦੇਸ਼ ਦਿੰਦੇ ਨੇ ਕਿ ਤੁਹਾਡਾ ਧਰਮ ਹੈ ਕਿ ਤੁਸੀਂ ਨਿਮਰਤਾ ਦੇ ਨਾਲ ਆਪਣੀ ਪ੍ਰਜਾ ਦਾ ਖਿਆਲ ਰੱਖੋ। ਆਪਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜਿਆਂ ਦੀ ਗਾਥਾ ਪੜ੍ਹਦੇ ਹਾਂ ਕਿ ਕਾਲ ਪੈਣ ਤੋਂ ਸਿਰਾਂ ਦੇ ਉੱਪਰ ਪੰਡਾਂ ਚੁੱਕ ਚੁੱਕ ਕੇ ਗਰੀਬਾਂ ਦੇ ਘਰੇ ਪਹੁੰਚਦੀਆਂ ਕਰ ਦੇਣੀਆਂ। ਇਹ ਰਾਜ ਧਰਮ ਹੈ ਸਾਧ ਸੰਗਤ ਜੀ। ਪਰ ਬਹੁਤਾਤ ਜਿਹੜੀ ਗੱਲ ਹੈ ਉਹ ਰਾਜ ਹਠ ਅਤੇ ਰਾਜ ਰਸ ਦੇ ਵਿੱਚ ਇਹ ਗੱਲਾਂ ਨੂੰ ਭੁੱਲ ਜਾਂਦੇ ਨੇ
ਵੈਸੇ ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮਨਮਾਨੀ ਚੰਗੀ ਨਹੀਂ। ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ, ਸੋ ਰਾਵਣ ਕਾਹੇ ਕੀਚਤ ਹੈ ਮਨ ਭਾਵਨ। ਮਨਮਾਨੀਆਂ ਕਾਹਦੇ ਲਈ ਕਰਦਾ ਮਣਾ? ਜਿਹਨੇ ਕਿਲੇ ਹੀ ਸੋਨੇ ਦੇ ਬਣਾਤੇ ਸੀ ਉਹ ਵੀ ਛੱਡ ਗਿਆ, ਤੇ ਤੂੰ ਤੇ ਪਰਨ ਕਰਕੇ ਹੱਥ ਜੋੜ ਕੇ ਕਹਿੰਦਾ ਆਇਆ ਮੈਂ ਸੇਵਾ ਕਰਾਂਗਾ। ਤੇਰਾ ਤੇ ਫਰਜ਼ ਬਣਦਾ ਹੈ। ਸਾਧ ਸੰਗਤ ਜੀ, ਅਸੀਂ ਜੋ ਧਰਮ ਦਾ ਪ੍ਰਚਾਰ ਕਰਨਾ ਹੈ, ਧਰਮ ਦੀ ਸੇਵਾ ਕਰਨੀ ਹੈ, ਜੋ ਸਿੱਖ ਧਰਮ ਦੇ ਅਸੂਲ ਨੇ, ਵੱਖ-ਵੱਖ ਸਾਡੀਆਂ ਡਿਊਟੀਆਂ ਨੇ। ਵੈਸੇ ਜਦੋਂ ਅਸੀਂ ਮਤਾਲਿਆ ਕਰਾਂਗੇ ਨਾ, ਐਨਾਲਿਸਿਸ ਕਰਾਂਗੇ ਦੂਸਰੇ ਧਰਮਾਂ ਨਾਲ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਜਦੋਂ ਆਪਣੇ ਧਰਮ ਵੱਲ ਵੇਖਾਂਗੇ ਨਾ, ਸਾਡਾ ਧਰਮ ਬਹੁਤ ਵਿਲੱਖਣ ਹੈ। ਇਹਨੂੰ ਬਹੁਤ ਢੰਗ ਦੇ ਨਾਲ ਸਤਿਗੁਰੂ ਨੇ ਸਿਰਜਿਆ, ਸਾਡੇ ਵਡੇਰਿਆਂ ਨੇ ਸਿਰਜਿਆ, ਇਹਦੀਆਂ ਡਿਊਟੀਆਂ ਲਾਈਆਂ। ਇਹਦੇ ਕੋਲੇ ਅਕਾਲ ਤਖਤ ਹੈ, ਜਿਹਦੀ ਸੱਤਾ ਦੇ ਸਾਹਮਣੇ ਹਰ ਸਿੱਖ ਝੁਕਦਾ ਹੈ। ਜਿੰਨਾ ਮਰਜ਼ੀ ਹੰਕਾਰੀ ਹੋਵੇ ਤੇ ਥੋੜ੍ਹਾ ਜਿਹਾ ਸੁਨੇਹਾ ਆ ਜੇ ਨਾ ਅਕਾਲ ਤਖਤ ਵੱਲੋਂ ਵੀ ਭਾਈ ਤੂੰ ਇਹ ਨਹੀਂ ਕਰ ਸਕਦਾ, ਤੂੰ ਇੱਥੇ ਪੇਸ਼ ਹੋ ਆ ਕੇ, ਤੇ ਜ਼ਮੀਨ ਤੇ ਪੈਰ ਲੱਗ ਜਾਂਦੇ ਨੇ। ਸਾਧ ਸੰਗਤ ਜੀ, ਸਾਡੇ ਕੋਲੇ ਅੰਮ੍ਰਿਤ ਛਕਣ ਦੀ ਸ਼ਕਤੀ ਹੈ। ਕੋਈ ਗਰੀਬ ਹੋਵੇ, ਭੁੱਲਿਆ ਚੁੱਕਿਆ ਹੋਵੇ, ਪਰ ਗੁਰੂ ਕਾ ਸਿੱਖ ਬਣਨਾ ਚਾਹਵੇ ਤੇ ਕੋਈ ਰੁਕਾਵਟ ਹੀ ਨਹੀਂ ਹੈ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਛਕ ਲਵੇ। ਸਾਡਾ ਨਿਤਨੇਮ ਹੈ, ਗੁਰੂ ਕੀ ਬਾਣੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹਦੇ ਵਿੱਚ ਹੈ ਕੋਈ ਰੁਕਾਵਟ ਗੁਰੂ ਮੰਨਣ ਵਾਸਤੇ? ਕੋਈ। ਸਾਡੀ ਬਹੁਤ ਵਿਲੱਖਣਤਾ ਹੈ। ਫਿਰ ਸਾਧ ਸੰਗਤ ਜੀ, ਸਤਿਗੁਰੂ ਨੇ ਬਾਦਸ਼ਾਹ ਬਣਾਤਾ ਸਿੱਖਾਂ ਨੂੰ। ਇਹਨ ਸਿੱਖਣ ਕਿਉਂ ਦਿਓ ਪਾਤਸ਼ਾਹੀ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਤਸ਼ਾਹੀ ਦੇਤੀ। ਦੁਨੀਆ 'ਚ ਕਿਧਰੇ ਭੁੱਖਮਰੀ ਆ ਜਾਏ ਤੇ ਸਿੱਖ ਲੱਕ ਬੰਨ੍ਹ ਕੇ ਤੁਰ ਪੈਂਦੇ ਨੇ ਲੰਗਰ ਲਾਉਣ। ਦੁਨੀਆ 'ਚ ਕਿਧਰੇ ਬਿਮਾਰੀ ਫੈਲ ਜੇ, ਸਿੱਖ ਲੱਕ ਬੰਨ੍ਹ ਕੇ ਤੁਰ ਪੈਂਦੇ ਨੇ ਦਵਾਈਆਂ ਦੇਣ। ਸਾਧ ਸੰਗਤ, ਤੇਰੇ ਹੜ੍ਹ ਆ ਜਾਣ ਤੇ ਸਿੱਖ ਲੱਕ ਬੰਨ੍ਹ ਕੇ ਵਸਤਰ, ਅੰਨ, ਪਦਾਰਥ ਦੇਣ ਤੁਰ ਪੈਂਦੇ ਨੇ। ਜਿਨ੍ਹਾਂ ਨਾਲ ਕੋਈ ਵਾਸਤਾ ਨਹੀਂ, ਜਿਨ੍ਹਾਂ ਨਾਲ ਸਾਡੀ ਕੋਈ ਸਾਂਝ ਨਹੀਂ, ਜਿਨ੍ਹਾਂ ਨਾਲ ਸਾਡੀ ਸਾਧ ਸੰਗਤ ਜੀ ਕੋਈ ਲੈਣ ਦੇਣ ਨਹੀਂ, ਇੱਕ ਮਨੁੱਖਤਾ ਦੇ ਨਾਤੇ ਇਹ ਬਾਦਸ਼ਾਹੀ ਭੋਗਦਾ ਹੈ ਗੁਰੂ ਕਾ ਸਿੱਖ। ਰੋ ਵਿਚਾਰ ਸਾਧ ਸੰਗਤ ਜੀ, ਦਾਸ ਬੇਨਤੀ ਕਰ ਰਿਹਾ ਸੀ ਕਿ ਜਿਹੜੀ ਤੂੰ ਇਸ ਆਫਤ ਦੇ ਵਿੱਚ ਆਫਰਿਆ ਫਿਰਦਾ ਹੈ, ਇੱਕ ਸਤਾ ਦੇ ਹੰਕਾਰ ਵਿੱਚ ਤੂੰ ਆਪਣਾ ਆਪ ਭੁੱਲ ਗਿਆ। ਅੱਜ ਸਾਡੇ ਤੇ ਮੇਰਾ ਖਿਆਲ ਭਾਗਾਂ 'ਚ ਹੀ ਹੈ, ਜਦੋਂ ਕਦੀ ਮੈਂ ਸੁਰਤ ਸਾਂਭੀ ਹੈ ਨਾ, ਤੇ ਤੁਸੀਂ ਜਿਹੜੇ ਮੇਰੇ ਤੋਂ ਵੱਡੇ ਬੈਠੇ ਹੋ ਜਾਂ ਟਾਈਮ TV ਚੈਨਲ ਦੇ ਰਾਹੀਂ ਦੂਰ ਤੱਕ ਬੈਠੇ ਸੁਣ ਰਹੇ ਹੋ, ਤੁਹਾਨੂੰ ਵੀ ਇਹ ਖਿਆਲ ਆਵੇਗਾ ਕਿ ਅਸੀਂ ਇੱਕ ਆਫਤ ਦੇ ਵਿੱਚ ਦੀ ਗੁਜ਼ਰ ਰਹੇ ਹਾਂ। ਕਦੇ ਤੇ ਅਸੀਂ ਗੁਲਾਮੀ ਦੇ ਵਿੱਚ ਜਕੜੇ ਸਾਂ, ਉਹਦੀ ਆਜ਼ਾਦੀ ਲਈ ਜੂਝਣ ਵਾਸਤੇ ਅਸੀਂ ਬਹੁਤ ਵੱਡਾ ਹਮਲਾ ਮਾਰਿਆ, ਨੁਕਸਾਨ ਉਠਾਇਆ, ਕੁਰਬਾਨੀਆਂ ਕੀਤੀਆਂ। ਫਿਰ ਆਜ਼ਾਦੀ ਮਿਲਦਿਆਂ ਮਿਲਦਿਆਂ ਹੀ 10 ਲੱਖ ਸਿੱਖ ਮਾਰੇ ਗਏ। ਮਿਲਦਿਆਂ ਜਦੋਂ ਐਲਾਨ ਹੀ ਹੋ ਗਿਆ ਕਿ ਅਸੀਂ ਆਜ਼ਾਦ ਹੋ ਗਏ, ਭਾਰਤ ਆਜ਼ਾਦ ਹੋ ਗਿਆ, ਸਾਧ ਸੰਗਤ ਭਾਰਤ ਆਜ਼ਾਦ ਹੋ ਗਿਆ, ਫਿਰ ਰੌਲਾ ਹੀ ਰਿਹਾ ਸਾਡਾ, ਸਾਨੂੰ ਪੰਜਾਬੀ ਸੂਬਾ ਦੇ ਦਿਓ। ਪੰਜਾਬੀ ਸੂਬੇ ਦੀ ਹੱਦਬੰਦੀ ਦਾ ਰੌਲਾ ਪੈ ਗਿਆ। ਫਿਰ ਸਾਧ ਸੰਗਤ ਜੀ, ਪੰਜਾਬ ਦੇ ਵਿੱਚ ਜੋ ਕੁਦਰਤੀ ਸਾਧਨ ਸੀ ਉਹਨਾਂ ਦਾ ਰੌਲਾ ਪੈ ਗਿਆ। ਫਿਰ ਪੰਜਾਬ ਦੀ ਰਾਜਧਾਨੀ ਦਾ ਹਾਈ ਕੋਰਟ ਦਾ ਰੌਲਾ ਪੈ ਗਿਆ। ਸਾਡਾ ਤਾਂ ਕੋਈ ਸਿਰਾ ਬੰਨਾ ਲਾਉਂਦੇ ਹੀ ਨਹੀਂ ਨਾ। ਸਾਧ ਸੰਗਤ ਜੀ, ਕਰਦਿਆਂ ਜੇ ਕੋਈ ਮੰਨਦਿਆਂ ਜੇ ਕਿਤੇ ਗੱਲ ਇੱਥੋਂ ਤੱਕ ਆ ਗਈ ਕਿ ਸਾਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਪਿਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ, ਤੇ ਆਪਰੇਸ਼ਨ ਬਲੂ ਸਟਾਰ ਹੋ ਗਿਆ। ਹੋਇਆ ਕਿਸੇ ਨਾਲ, ਕਿਸੇ ਕੌਮ ਨਾਲ ਦੁਨੀਆ ਵਿੱਚ ਕਦੇ ਹੋਇਆ? ਉਦੋਂ ਤੋਂ ਲੈ ਕੇ ਕੁਝ ਸਿੱਖ ਜੇਲ੍ਹਾਂ ਵਿੱਚ ਬੈਠੇ ਨੇ। ਹੁਣ ਅਸੀਂ ਕਹਿੰਦੇ ਜੇਲ੍ਹਾਂ ਦੇ ਸਿੱਖ ਛੱਡ ਦਿਓ। ਸਾਧ ਸੰਗਤ, ਹੈ ਕੋਈ ਕਿਧਰੇ ਹੋਰ ਵੀ ਕੋਈ ਕਿਸੇ ਕੌਮ ਦਾ, ਮੈਂ ਨਹੀਂ ਕਹਿੰਦਾ ਕਿ ਹੋਰ ਕਿਸੇ ਕੌਮ ਦਾ ਕੋਈ ਬੰਦਾ ਜੇਲ੍ਹਾਂ 'ਚ 30-30 ਸਾਲ ਬੈਠਾ ਰਹੇ, ਮੈਂ ਇਹ ਨਹੀਂ ਕਹਿੰਦਾ, ਪਰ ਮੈਂ ਇਹ ਕਹਿੰਦਾ ਹੈ ਕਿ ਜਿਹੜਾ ਸਾਡਾ ਕੰਮ ਸੀ, ਅਸੀਂ ਦੁਨੀਆ ਦੀ ਸੇਵਾ ਕਰਨੀ ਸੀ।
ਪਰ ਅਸੀਂ ਤੇ ਕਾਲੇ ਚੋਲੇ ਪਾ ਕੇ ਹੁਣ ਹੱਥ ਜੋੜ ਕੇ ਬੈਠੇ ਹਾਂ ਵੀ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ। ਤੇ ਜਿਹੜੀਆਂ ਇਹ ਕਹਾਵਤਾਂ ਸਨ ਕਿ ਸਿੱਖ ਜਦੋਂ ਸਤਾ 'ਚ ਆਉਂਦਾ, ਟੇਬਲ 'ਤੇ ਬੈਠਦਾ, ਉਦੋਂ ਇਹ ਗੱਲ ਕਰਨ ਨੂੰ ਮਾਰ ਖਾ ਜਾਂਦਾ ਕਿ ਸਾਡੇ ਨਾਲ ਐਵੇਂ ਹੀ ਹੋਇਆ। ਅਸੀਂ ਪੰਜਾਬ ਦੀ ਸਤਾ ਭੋਗੀ, ਉਹ ਸਤਾ ਦੇ ਵਿੱਚ ਅਸੀਂ ਸੈਂਟਰ ਨਾਲ ਵੀ ਭਾਈਵਾਲੀ ਰੱਖੀ, ਸਾਨੂੰ ਕੋਈ ਬੰਦੀ ਸਿੰਘ ਨਹੀਂ ਦਿਸਿਆ। ਜਿੱਥੇ ਸਾਡੀ ਕਲਮ ਨਹੀਂ ਛੱਡ ਦੇਣੀ ਸੀ, ਕਾਲੀ ਕਲਮ ਨੇ ਛੱਡ ਦੇਣੀ ਸੀ, ਕਾਲੇ ਚੋਲੇ ਪਾਉਣ ਦੀ ਲੋੜ ਨਹੀਂ ਸੀ, ਨਹੀਂ ਛੱਡੇ। ਅਸੀਂ ਗੱਲ ਹੀ ਨਹੀਂ ਕੀਤੀ, ਅਸੀਂ ਇਸ ਪਾਸੇ ਤੁਰੇ ਰਹੇ। ਅਸੀਂ ਕਿਹਾ ਵੀ ਨਹੀਂ, ਭਾਜਪਾ ਮਾੜੀ ਹੈ ਤੇ ਇੱਥੇ ਕੇਜਰੀਵਾਲ ਆਊਗਾ, ਆਪ ਵਾਲੇ ਆਉਣਗੇ, ਉਹ ਛੱਡ ਦੇਣਗੇ। ਹੁਣ ਹੱਥ ਜੋੜਦੇ ਨੇ ਕੇਜਰੀਵਾਲ ਸਾਹਿਬ, ਦਵਿੰਦਰਪਾਲ ਭੁੱਲਰ ਨੂੰ ਛੱਡ ਦਿਓ, ਤੁਹਾਡੀ ਹੋਣੀ ਹੈ। ਸਾਧ ਸੰਗਤ ਜੀ, ਹੋਰ ਤੇ ਹੋਰ ਮਨੁੱਖ ਦੇ ਉੱਪਰ ਇਹੋ ਜਿਹੀਆਂ ਘਟਨਾਵਾਂ ਘਟਦੀਆਂ, ਕੋਈ ਗੱਲ ਨਹੀਂ, ਮਨੁੱਖ ਜਰ ਲੈਂਦਾ, ਅਸੀਂ ਤੇ ਤਸੀਹੇ ਜਰੇ। ਪਰ ਇੱਥੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਉਹਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ। ਸਰਕਾਰਾਂ ਬਦਲਦੀਆਂ ਨੇ ਪਰ ਕਿਸੇ ਦਾ ਨਜ਼ਰੀਆ ਨਹੀਂ ਬਦਲਿਆ, ਜ਼ਹਿਨੀਅਤ ਨਹੀਂ ਬਦਲੀ। ਇੱਥੇ ਕਮਿਸ਼ਨ ਬਣੇ, ਕਮਿਸ਼ਨ ਤੋਂ ਬਾਅਦ ਕਮਿਸ਼ਨ ਬਣੇ, ਕਮਿਸ਼ਨਾਂ ਦੇ ਉੱਪਰ ਦੋਸ਼ ਲੱਗ ਗਏ, ਪਰ ਦੋਸ਼ੀਆਂ ਦੇ ਉੱਪਰ ਦੋਸ਼ ਨਹੀਂ ਲੱਗਾ ਵੀ ਤੁਸੀਂ ਦੋਸ਼ੀ ਆ। ਜਿਹੜੇ ਕਮਿਸ਼ਨਾਂ ਨੇ ਕੁਝ ਨਾ ਕੁਝ ਘਟਨਾਵਾਂ ਕੱਢ ਕੇ ਦਿੱਤੀਆਂ ਕਿ ਇਹਨਾਂ ਬੰਦਿਆਂ ਦੀ ਜ਼ਿੰਮੇਵਾਰੀ ਸੀ, ਇਹਨਾਂ ਨੇ ਪੂਰਾ ਖਿਆਲ ਨਹੀਂ ਰੱਖਿਆ, ਉਹਨਾਂ ਵੱਲ ਖਿਆਲ ਨਹੀਂ ਗਿਆ, ਕਮਿਸ਼ਨਰ ਦੋਸ਼ੀ ਹੋ ਗਏ ਵੀ ਇਹ ਬੇਈਮਾਨ ਹੈ। ਪਰ ਉਹ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਸਤਾ ਦਾ ਹੰਕਾਰ ਹੁੰਦਾ ਅਸੀਂ ਆਫਰੇ ਫਿਰਦੇ ਹਾਂ, ਜਦੋਂ ਸਤਾ ਤੋਂ ਹੀਣੇ ਹੁੰਦੇ ਹਾਂ, ਹੱਥ ਜੋੜ ਜੋੜ ਕੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤੁਰਦੇ ਹਾਂ, ਪਰ ਉਹਦੇ ਵਿੱਚ ਵੀ ਅਸੀਂ ਇੱਕ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਇਹੋ ਜਿਹਾ ਸੰਘਰਸ਼ ਨਹੀਂ ਹੋਣਾ ਚਾਹੀਦਾ, ਪਰ ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਮਾਰਨਾ ਚਾਹੀਦਾ ਹੈ। ਸਾਡੀਆਂ ਬਹੁਤ ਵੱਡੀਆਂ ਸੰਸਥਾਵਾਂ ਹੈ, ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹੇ 'ਤੇ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਹੀ ਨਾ ਸੁਣੇ, ਮਿਲਣ ਦਾ ਸਮਾਂ ਹੀ ਨਾ ਦੇਵੇ, ਅਤੇ ਜਿੱਥੇ ਉਹਦਾ ਹੰਕਾਰ ਸਾਹਮਣੇ ਆਉਂਦਾ ਹੈ ਅਤੇ ਉੱਥੇ ਆਪਣੇ ਵਜੂਦ ਵੀ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹ ਗੱਲ ਬਣ ਕਿਉਂ ਗਈ, ਇੰਨੀ ਨੀਵੀਂ ਪੱਧਰ 'ਤੇ ਕਿਉਂ ਚਲੇ ਗਏ। ਸਾਨੂੰ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਲੈਣਾ ਚਾਹੀਦਾ। ਸੋ ਇਸ ਵਾਸਤੇ ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਨ, ਕਿਉਂਕਿ ਜੇ ਅਸੀਂ ਆਮ ਹੁਣ ਲੋਕਾਂ ਨਾਲ ਗੱਲ ਕਰਦੇ ਨੇ, ਮੈਂ ਇੱਕ ਦਿਨ ਟੈਲੀਵਿਜ਼ਨ 'ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਦੀ ਬਹਿਸ ਸੁਣ ਰਿਹਾ ਸੀ। ਉਹਨੇ ਇਹ ਗੱਲ ਕਹੀ, ਕਹਿੰਦਾ ਵੀ ਮੰਨ ਲਓ ਵੀ ਇਹਨੇ ਇੱਕ ਬੰਦਾ ਮਾਰਿਆ, ਹੁਣ ਸਜ਼ਾ ਹੋ ਗਈ, ਕਾਨੂੰਨ ਨੇ ਸਜ਼ਾ ਦੇ ਦਿੱਤੀ, ਸਜ਼ਾ ਭੁਗਤ ਲਈ। ਸਜ਼ਾ ਭੁਗਤਦਿਆਂ ਹੋਇਆਂ ਕਾਨੂੰਨ ਕਹਿੰਦਾ ਵੀ ਉਹਨੂੰ ਤੁਸੀਂ ਘੰਟੇ ਦੀ ਪਰੋਲ ਵੀ ਨਾ ਦਿਓ, ਉਹਨੂੰ ਜ਼ਮਾਨਤ ਨਾ ਦਿਓ। ਜੇ ਇਹ ਕਾਨੂੰਨ ਕਹਿੰਦਾ ਹੈ ਤਾਂ ਫਿਰ ਇੱਕ ਬੰਦੇ ਨੂੰ ਮਾਰਨ ਦੇ ਬਦਲੇ ਜੇ ਇੰਨੀ ਸਖਤ ਸਜ਼ਾ ਕਾਨੂੰਨ ਦਿੰਦਾ ਹੈ ਤੇ ਫਿਰ ਦਿੱਲੀ ਦੇ ਵਿੱਚ ਤੇ 4000 ਬੰਦਾ ਮਰਵਾਉਣ ਵਾਲੇ ਬੰਦੇ ਬਾਹਰ ਹੀ ਫਿਰਦੇ ਰਹੇ। ਉਹ ਗ੍ਰਿਫਤਾਰ ਹੋਣੀ ਤੋਂ ਬਾਅਦ ਵੀ ਉਹਨਾਂ ਨੂੰ ਪੈਰੋਲ ਮਿਲਦੀ ਰਹੀ, ਉਹਨਾਂ ਨੂੰ ਜ਼ਮਾਨਤ ਮਿਲਦੀ ਰਹੀ। ਉੱਥੇ ਕਾਨੂੰਨ ਕਿਉਂ ਨਹੀਂ ਆਪਣਾ ਕੰਮ ਕਰ ਸਕਿਆ? ਉਹਨੇ ਬੜੀਆਂ ਦਲੀਲਾਂ ਦਿੱਤੀਆਂ ਵੀ ਸਜ਼ਾ ਕਿੰਨੀ ਹੈ, ਕਿੰਨੀ ਹੋਣੀ ਚਾਹੀਦੀ ਇੱਕ ਬੰਦੇ ਨੂੰ ਮਾਰਨ ਦੀ। ਜਾਂ ਤਾਂ ਫਾਂਸੀ ਦੇ ਦਿਓ, ਆ ਭਾਈ ਰਾਜੋਆਣਾ ਅਪੀਲਾਂ ਪਾਉਂਦਾ ਰਿਹਾ ਵੀ ਮੈਨੂੰ ਫਾਂਸੀ ਦੇ ਦਿਓ, ਕੰਮ ਮੁਕਾਓ। ਜ਼ਹਿਨੀਅਤ ਦੀ ਜਲੀਲਤ ਵਿੱਚੋਂ ਤਾਂ ਕੱਢੋ ਸਾਨੂੰ। ਪਰ ਸਾਧ ਸੰਗਤ ਸਾਡੇ 'ਤੇ ਆਸਾਨ ਵੀ ਹੈ ਵੀ ਨਹੀਂ, ਸਿੱਖ ਬੜੀ ਬਹਾਦਰ ਕੌਮ ਹੈ, ਇਹਨੂੰ ਫਾਂਸੀ ਨਹੀਂ ਦੇਣਾ, ਅਤੇ ਦੂਜੇ ਪਾਸੇ ਜਲੀਲ ਵੀ ਕਰਨਾ, ਵੀ ਛੱਡਣਾ ਵੀ ਨਹੀਂ। ਸਾਨੂੰ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ, ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ, ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਅਤੇ ਫਿਰ ਸੁਤੇ ਸਿੱਧ ਹੀ ਸਾਡੇ ਮਨ ਵਿੱਚ ਆ ਜਾਏਗਾ। ਹੋਏ ਇਕੱਤਰ ਮਿਲ ਮੁਰ ਭਾਈ, ਦੁਬਿਧਾ ਦੂਰ ਕਰੋ ਲੈ ਲਾਏ। ਜਦੋਂ ਅਸੀਂ ਇਕੱਤਰ ਹੋ ਕੇ ਚੱਲਾਂਗੇ ਤੇ ਸਾਧ ਸੰਗਤ ਕਿਸੇ ਕਿਸਮ ਦੀ ਦੁਬਿਧਾ ਰਹੇਗੀ ਨਹੀਂ।
ਅਸੀਂ ਜਿਹੜੇ ਕੌਮੀ ਕਾਜ ਨੇ ਉਹਨਾਂ ਨੂੰ ਧੜਿਆਂ ਵਿੱਚ ਵੰਡ ਲਿਆ ਅਤੇ ਅਸੀਂ ਮਾਰ ਖਾ ਰਹੇ। ਸਤਿਗੁਰੂ ਰਹਿਮਤ ਕਰੇ, ਸਾਨੂੰ ਆਪਣੇ ਸ੍ਰੇਸ਼ਟ ਬੁੱਧੀ ਬਖਸ਼ ਕੇ ਆਪਣੀ ਗੁਰਮਤਿ ਵਿੱਚੋਂ ਸਾਨੂੰ ਸਿੱਖਿਆ ਦੇ ਦੇਵੇ ਅਤੇ ਅਸੀਂ ਇਕੱਤਰ ਹੋ ਕੇ ਹਮਲਾ ਮਾਰੀਏ। ਸਤਿਗੁਰੂ ਜੀ ਰਹਿਮਤ ਕਰ ਦੇਣ, ਕਿਰਪਾ ਕਰ ਦੇਣ। ਸਤਿਗੁਰੂ ਜੀ ਫਰਮਾਉਂਦੇ ਨੇ, ਕਾਹਦੇ ਲਈ ਭਾਈ ਤੂੰ ਆਫਰਿਆ ਫਿਰਦਾ ਹੈ? ਕਿਉਂ? ਕਾਰਨ ਤੈਨੂੰ ਦੱਸਦੇ ਅਸੀਂ। ਮਹਾਰਾਜ ਜੀ ਕਹਿੰਦੇ, ਕਰਤਾ ਚਿੱਤ ਨ ਆਵਈ ਮਨਮੁਖ ਅੰਧ ਗਵਾਰ। ਕਹਿੰਦੇ ਜਿਹੜਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜੇ ਮਨ ਵਿੱਚ ਇਹ ਆ ਜਾਵੇ, ਇਹ ਭਗਵਾਨ, ਇਹ ਅਕਾਲ ਪੁਰਖ ਵਾਹਿਗੁਰੂ ਤੂੰ ਸਾਨੂੰ ਸਦਾ ਬਖਸ਼ੀ ਹੈ, ਅਤੇ ਤੇਰੇ ਜਿਹੜੇ ਇਸ ਦੁਨੀਆ 'ਤੇ ਸਿਰਜਣਾ ਕੀਤੇ ਹੋਏ ਜੀਵ ਜੰਤੂ ਹੈ ਉਹ ਵੀ ਤਾਂ ਤੇਰੇ ਹੈ ਨਾ, ਫਿਰ ਤੇ ਮਨ ਵਿੱਚ ਇਹ ਗੱਲ ਆ ਜਾਵੇ। ਪਰ ਮਹਾਰਾਜ ਕਹਿੰਦੇ, ਭਾਈ ਕਰਤਾ ਚਿੱਤ ਨ ਆਵਈ। ਉਹ ਕਰਤਾ ਕਰਨ ਵਾਲਾ, ਕਿਉਂਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਕੀਤੇ ਕੋ ਮੇਰਾ ਸੁਮਨ ਹੈ, ਕਰਨਹਾਰ ਤ੍ਰਿਣ ਜਾਨਾ। ਇਹ ਹਾਲਤ ਬਣ ਗਈ ਸਾਡੀ। ਹਜ਼ੂਰ ਫਰਮਾਉਂਦੇ, ਭਾਈ ਜਦੋਂ ਫਿਰ ਕਰਤਾ ਵਿਸਰ ਗਿਆ, ਅਕਾਲ ਪੁਰਖ ਵਾਹਿਗੁਰੂ ਵਿਸਰ ਗਿਆ, ਫਿਰ ਮਨਮੁਖਤਾਈ ਦੇ ਅੰਧ ਹਨੇਰੇ ਵਿੱਚ, ਗੁਬਾਰ ਹਨੇਰੇ ਵਿੱਚ ਅੰਨਾ ਹੋਇਆ ਤੂੰ, ਤੈਨੂੰ ਦਿਸਦਾ ਨਹੀਂ। ਇਸ ਵਾਸਤੇ ਤੇਰੀਆਂ ਮਤ ਤੇ ਬੁੱਧੀਆਂ, ਜਿਹੜੀਆਂ ਅੱਖਾਂ ਸਨ, ਨੇਤਰ ਸਨ, ਉਹ ਸਾਧ ਸੰਗਤ ਜੀ ਇਸ ਉਪਦੇਸ਼ ਨੂੰ ਗ੍ਰਹਿਣ ਕਰਕੇ ਦੇਖ ਨਹੀਂ ਸਕੀਆਂ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ, ਮੇਰੇ ਮਨ ਸੁਖਦਾਤਾ ਹਰਸ ਹੋਏ। ਇਹ ਮੇਰੇ ਮਨਾ ਸੁੱਖ ਕਿੱਥੋਂ ਪ੍ਰਾਪਤ ਹੋਣਾ? ਸਤਾ 'ਚੋਂ ਸੁੱਖ ਨਹੀਂ ਮਿਲਣਾ। ਕਿਸੇ ਨਾਲ ਈਰਖਾ ਕੀਤਿਆਂ, ਕਿਸੇ ਨੂੰ ਦਬਾ ਕੇ ਜੇਲ੍ਹਾਂ ਵਿੱਚ ਬੰਦ ਰੱਖ ਕੇ, ਕਿਸੇ ਨੂੰ ਤਕਲੀਫਾਂ ਦੇ ਕੇ ਸਾਧ ਸੰਗਤ ਸੁੱਖ ਮਿਲ ਸਕਦਾ? ਨਹੀਂ ਮਿਲ ਸਕਦਾ। ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮੇ ਰਤਨ ਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਸੁੱਖ ਮਿਲ ਜਾਊਗਾ? ਭਗਤ ਕਬੀਰ ਜੀ ਨੂੰ ਪੁੱਛੋ, ਸੁੱਖ ਕਿਵੇਂ ਮਿਲ ਜਾਏਗਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਲਓ, ਸੁੱਖ ਮਿਲ ਜਾਏਗਾ? ਨਹੀਂ ਤੇ ਨਾਨਕ ਦੁਖੀਆ ਸਭ ਸੰਸਾਰ ਆਪਾਂ ਜਾਣਦੇ ਹਾਂ। ਸੁੱਖ ਨਾ ਕੋਈ ਨਿਕਲਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਨਾ ਕਿ ਨਹੀਂ ਤੇ ਦੁੱਖ ਹੀ ਦੁੱਖ ਨੇ, ਪਰ ਸੁੱਖ ਹੈਗਾ ਹੈ। ਹਜ਼ੂਰ ਫਰਮਾਉਂਦੇ ਨੇ, ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ। ਕਹਿੰਦੇ ਜੇ ਸੁੱਖ ਨੂੰ ਚਾਹੁਣਾ ਤੇ ਫਿਰ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾ। ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਤੇ ਭਗਤ ਕਬੀਰ ਜੀ ਕਹਿੰਦੇ ਸੁੱਖ ਹੈਗਾ, ਪਰ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੈ। ਕਹਿੰਦੇ ਭਾਈ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਕਹਿੰਦੇ ਜਿਹੜਾ ਪਰਮਾਤਮਾ ਦਾ ਸਿਮਰਨ ਕਰ ਲੇਗਾ ਨਾ, ਉਹ ਸੰਸਾਰ ਦੇ ਵਿੱਚ ਸੁਖੀ ਰਹਿ ਸਕਦਾ। ਭਗਤ ਕਬੀਰ ਜੀ ਕਹਿੰਦੇ, ਇਹ ਤੇ ਉਤ ਕਤੇ ਨਾ ਡੋਲੇ ਜੇ ਰਾਖੈ ਸਿਰਜਣਹਾਰ। ਕਹਿੰਦੇ ਇੱਥੇ ਦੀ ਗੱਲ ਕਰਦੇ ਹੋ? ਨਹੀਂ, ਉਹ ਤੇ ਪ੍ਰਲੋਕ ਵਿੱਚ ਵੀ ਤੇਰੀ ਰੱਖਿਆ ਕਰ ਸਕਦਾ ਜੇ ਤੂੰ ਪਰਮਾਤਮਾ ਦਾ ਨਾਮ ਜਪ ਲਵੇਂ। ਨਾਮ ਦੀ ਐਡੀ ਮਹੱਤਤਾ ਹੈ। ਆਓ ਇੱਕ ਮਿੰਟ ਵਾਸਤੇ ਸਾਧ ਸੰਗਤ ਆਪਾਂ ਵੀ ਸ਼ਾਇਦ ਇਸ ਪੰਕਤੀ ਵਿੱਚ ਆ ਜਾਈਏ। ਸਾਰੇ ਸਾਵਧਾਨ ਹੋ ਕੇ, ਜਿਹੜੇ ਵਿੰਗੇ ਟੇਢੇ 'ਚ ਬੈਠੇ ਨਾ, ਆਲਸ ਜਿਹਾ ਕਰਕੇ ਹੀ ਬੈਠੇ ਨਾ, ਭਾਈ ਸਿੱਧੇ ਹੋ ਕੇ ਚੌਂਕੜੀਆਂ ਮਾਰ ਕੇ ਆਓ, ਇੱਕ ਮਿੰਟ ਵਾਸਤੇ ਪ੍ਰਭੂ ਦਾ ਸਿਮਰਨ ਕਰੀਏ, ਜਾਪ ਕਰੀਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਆਪਣੀ ਹਾਜ਼ਰੀ ਵੀ ਪ੍ਰਵਾਨ ਕਰ ਲੈਣਗੇ। ਸਾਰੇ ਗੱਜ ਕੇ ਜਪਿਓ ਤੇ ਐਨ ਚਿੱਤ ਇਕਾਗਰ ਕਰਕੇ ਜਪਿਓ, ਚੌਂਕੜੀਆਂ ਮਾਰ ਕੇ ਐਨ ਸਿੱਧੇ ਹੋ ਕੇ, ਜਿਵੇਂ ਸਿਮਰਨ ਦੀਆਂ ਵਿਧੀਆਂ ਸਾਨੂੰ ਸਾਡੇ ਪੁਰਖਿਆਂ ਨੇ ਦੱਸੀਆਂ, ਸਤਿਗੁਰੂ ਨੇ ਦੱਸੀਆਂ, ਭਾਈ ਗੁਰਦਾਸ ਜੀ ਨੇ ਦੱਸੀਆਂ, ਉਵੇਂ ਹੀ ਬਹਿ ਜਾਓ। ਸਾਰੇ ਜਪੀਏ ਭਾਈ ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਬੋਲੋ ਭਾਈ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸੁਖ ਪਰਮਾਤਮਾ ਦੇ ਨਾਮ ਵਿੱਚੋਂ ਹੀ ਮਿਲ ਸਕਦਾ ਹੈ, ਹੋਰ ਕਿਤੋਂ ਸੁਖ ਪ੍ਰਾਪਤ ਨਹੀਂ ਹੋ ਸਕਦਾ। ਪਰਮਾਤਮਾ ਦਾ ਨਾਮ ਸੰਗਤ ਵਿੱਚੋਂ ਮਿਲ ਸਕਦਾ ਹੈ, ਨਾਮ ਕਿਤੋਂ ਹੋਰ ਪ੍ਰਾਪਤ ਨਹੀਂ ਹੋ ਸਕਦਾ। ਸਤ ਸੰਗਤੀ ਸੰਗ ਹਰ ਧਨ ਖਟੀਐ, ਹੋਰ ਥੈ ਹੋਰ ਤ ਪਾਏ, ਹਰ ਧਨ ਕਿਤੇ ਨਾ ਪਾਈ, ਕਿਤੋਂ ਨਹੀਂ ਪਾ ਸਕਦਾ। ਹੋਰ ਥੈ ਹੋਰ ਤ ਪਾਏ, ਹੋਰ ਥਾਂ ਤੋਂ ਹੋਰ ਕਿਸੇ ਢੰਗ ਨਾਲ ਕਿਸੇ ਉਪਾਅ ਨਾਲ ਪਰਮਾਤਮਾ ਦਾ ਨਾਮ ਕਿਤੇ ਨਹੀਂ ਮਿਲ ਸਕਦਾ, ਸਤ ਸੰਗਤ ਵਿੱਚੋਂ ਹੀ ਮਿਲ ਸਕਦਾ ਹੈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਹੜਾ ਸੁੱਖ ਹੈ, ਸੁੱਖ ਦੀ ਪ੍ਰਾਪਤੀ ਚਾਹੁਣਾ ਹੈ ਤੇ ਇਹ ਭਾਈ ਪਰਮਾਤਮਾ ਦੇ ਨਾਮ ਵਿੱਚੋਂ ਹੀ ਤੈਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ। ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਕਹਿੰਦੇ ਭਾਈ ਜਿਹੜੀ ਪਰਮਾਤਮਾ ਦੀ ਨਜ਼ਰ ਹੈ ਉਹਦੇ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਉਹਦੀ ਮਿਹਰ ਹੋਵੇ, ਸਤਿਗੁਰੂ ਜੀ ਦੀ ਦਇਆ ਹੋਵੇ ਤੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੱਸੇ ਹੋਏ ਅਸੂਲਾਂ ਨੂੰ ਅਸੀਂ ਧਾਰਨ ਕਰ ਲਈ, ਸਾਧ ਸੰਗਤ ਜੀ ਉੱਤੇ ਚੱਲ ਪਈਏ। ਭਗਤ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀਅਤ ਭੀੜੀ, ਇਹ 'ਤੇ ਚੱਲਣਾ ਔਖਾ ਹੈ। ਸਿੱਖਿਆ ਪ੍ਰਾਪਤ ਕੋਈ ਵੀ ਕਰਨ ਜਾਓ ਨਾ, ਜਦੋਂ ਬੱਚਿਆਂ ਨੂੰ ਅਸੀਂ ਪਹਿਲੀ ਵਾਰ ਸਕੂਲ ਭੇਜਦੇ ਹਾਂ ਨਾ, ਸੋਹਣੇ ਕੱਪੜੇ ਵੀ ਪਾ ਦਿੰਦੇ ਹਾਂ, ਸੋਹਣਾ ਬਸਤਾ ਵੀ ਲੈ ਦਿੰਦੇ ਹਾਂ, ਚੰਗਾ ਜਾਣ ਦਾ ਸਾਧਨ ਵੀ ਕਰ ਦਿੰਦੇ, ਕਈ ਵਾਰ ਸਕੂਲ ਵੀ ਛੱਡ ਕੇ ਆਉਣੇ, ਪਰ ਬੱਚਾ ਰੋਂਦਾ ਵੀ ਮੈਂ ਨਹੀਂ ਜਾਣਾ ਸਕੂਲ। ਮੋਹ ਤੇ ਮਾਂ ਨੂੰ ਵੀ ਹੁੰਦਾ, ਪਿਤਾ ਨੂੰ ਵੀ ਹੁੰਦਾ, ਪਰ ਉਹ ਕਹਿੰਦਾ ਨਹੀਂ, ਇਹਦੇ ਭਵਿੱਖ ਦਾ ਸਵਾਲ ਹੈ ਤੇ ਬੱਚੇ ਨੂੰ ਸਕੂਲ ਤਾਂ ਭੇਜਣਾ ਹੀ ਆ। ਫਿਰ ਉਹ ਭੇਜਦੇ ਆ ਜ਼ਬਰਦਸਤੀ, ਕੋਈ ਲਾਲਚ ਵੀ ਦਿੰਦੇ ਆ, ਸਮਝਾਉਂਦੇ ਵੀ ਆ। ਜਦੋਂ ਪੜ੍ਹਦਾ ਕੁਝ ਕਲਾਸਾਂ ਪੜ੍ਹ ਜਾਂਦਾ ਹੈ ਤੇ ਫਿਰ ਉਹਨੂੰ ਕਹੋ ਵੀ ਅੱਜ ਤੂੰ ਸਕੂਲ ਨਾ ਜਾਈਂ, ਅੱਜ ਘਰ ਦਾ ਇੱਕ ਕੰਮ ਆਪਣਾ ਜ਼ਰੂਰੀ। ਉਹ ਕਹੇਗਾ ਨਹੀਂ, ਮੈਂ ਮੇਰੀ ਸਕੂਲ ਦੀ ਕਲਾਸ ਰਹਿ ਜਾਵੇਗੀ, ਕੰਮ ਤੁਸੀਂ ਆਪ ਕਰ ਲਿਓ, ਮੈਂ ਸਕੂਲ ਜ਼ਰੂਰ ਜਾਣਾ। ਬੱਚਾ ਉਹੀ ਹੈ, ਪਰ ਉਹਨੂੰ ਸਮਝ ਪੈ ਗਈ ਵੀ ਮੈਂ ਤੇ ਸਕੂਲ ਜ਼ਰੂਰ ਹੀ ਜਾਣਾ। ਸਾਧ ਸੰਗਤ ਜੀ ਅਸੀਂ ਗੁਰਮਤਿ ਦੀ ਕਲਾਸ ਵਿੱਚ ਆਏ ਨਹੀਂ, ਪੁੱਛੋ ਤਾਂ ਕਹਿੰਦੇ ਸਾਡਾ ਮਨ ਨਹੀਂ ਕਰਦਾ। ਠੀਕ ਹੈ, ਮਨ ਨਹੀਂ ਕਰਦਾ, ਮਨ ਤੇ ਉਸ ਬੱਚੇ ਦਾ ਵੀ ਨਹੀਂ ਸੀ ਕਰਦਾ ਜਿਹੜਾ ਪਹਿਲੇ ਦਿਨ ਸਕੂਲ ਨਹੀਂ ਸੀ ਜਾਂਦਾ। ਨਹੀਂ, ਇਹਨੂੰ ਨੀਠ ਮਨ ਕੀਆ ਧੀਰਾ, ਸਹਿਜੇ ਸਹਿਜੇ ਸਮਝਾ ਕੇ ਸਾਧ ਸੰਗਤ ਜੀ ਇਹਨੂੰ ਲਿਆਉਣਾ ਹੈ। ਤੇ ਫਿਰ ਜਦੋਂ ਇੱਥੇ ਆ ਗਿਆ ਇੱਕ ਵਾਰੀ, ਸਤਸੰਗਤ ਦਾ ਰੰਗ ਚੜ੍ਹਨ ਲੱਗਾ, ਫਿਰ ਝੱਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਦੀ ਹਾਲਤ ਮਹਾਰਾਜ ਸੱਚੇ ਪਾਤਸ਼ਾਹ ਜੀ ਹਾਲਾਤ ਐਸੇ ਬਣਾ ਦੇਣਗੇ। ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤੂੰ ਉਦਮ ਤੇ ਕਰ, ਉਦਮ ਕਰੇਂਦੇ ਆ ਜੀਓ ਤੂੰ ਕਮਾਉਂਦੇ ਆ ਸੁੱਖ ਪਹੁੰਚ, ਤੂੰ ਉਦਮ ਤੇ ਕਰ। ਜੇ ਤੂੰ ਢੇਰੀ ਢਾਹ ਕੇ ਬੈਠਾ ਰਿਹਾ ਵੀ ਮੇਰਾ ਮਨ ਨਹੀਂ ਕਰਦਾ, ਮੇਰਾ ਦਿਲ ਨਹੀਂ ਕਰਦਾ, ਮੈਂ ਨਹੀਂ ਜਾਣਾ ਚਾਹੁੰਦਾ, ਕੰਮ ਬੜਾ ਔਖਾ ਹੈ, ਤੁਰੇਗਾ ਕਿਵੇਂ? ਨਹੀਂ ਭਾਈ, ਤੂੰ ਇਸ ਪਾਸੇ ਆ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ। ਕਹਿੰਦੇ ਭਾਈ ਫਿਰ ਜਦੋਂ ਤੂੰ ਉਦਮ ਕੀਤਾ ਤੇ ਗੁਰੂ ਦੀ ਕਿਰਪਾ ਤੇਰੇ ਤੇ ਜ਼ਰੂਰ ਹੋ ਜਾਵੇਗੀ। ਰਹਾਓ ਵਿਸਰਾਮ ਦੇ ਕੇ ਫਰਮਾਉਂਦੇ ਹਨ, ਕਹਿੰਦੇ ਭਾਈ ਹਲੇ ਤੇਰੀ ਹਾਲਤ ਇਹ ਮੁੱਕੀ ਨਹੀਂ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਹੁਣ 5 ਚੀਜ਼ਾਂ ਮਹਾਰਾਜ ਨੇ ਦੱਸ ਦਿੱਤੀਆਂ ਇੱਥੇ। ਕਹਿੰਦੇ ਸੋਹਣੇ ਕੱਪੜੇ, ਭੋਗ ਵਿਲਾਸ ਕਰਨੇ, ਸੋਨਾ ਤੇ ਚਾਂਦੀ, ਖਾਕ ਮਿੱਟੀ ਜਿਹਦੀਆਂ ਜਗੀਰਾਂ ਨੇ, ਜਿਹਦੀਆਂ ਵੱਡੀਆਂ ਵੱਡੀਆਂ ਮਿਲਖਾਂ ਨੇ, ਜਾਇਦਾਦਾਂ ਨੇ, ਇਹ ਖਾਕ ਹੈ। ਇਹਦਾ ਦੂਸਰਾ ਅਰਥ ਇਹ ਹੈ ਕਿ ਭਾਈ ਜਿੰਨੇ ਸੋਹਣੇ ਸੋਹਣੇ ਕੱਪੜੇ ਨੇ, ਆਦਤ ਬਣ ਜਾਂਦੀ ਆ। ਸੁਣੀ ਦਾ ਕਈ ਵਾਰੀ, ਕਹਿੰਦੇ ਜੀ ਸਾਡੇ ਬਾਬੇ ਆ ਉਹ ਰੋਜ਼ ਹੀ ਨਵਾਂ ਚੋਲਾ ਪਾਉਂਦੇ ਆ। ਇਹ ਕੋਈ ਪ੍ਰਾਪਤੀ ਆ? ਪੈਸੇ ਸੰਗਤ ਦੇ 15-20 ਹਜ਼ਾਰ ਰੁਪਈਆ ਲਾ ਦਿਓ ਤੇ ਕੱਲ੍ਹ ਨੂੰ ਇਹ ਚੋਲੇ ਨੂੰ ਕੀ ਹੋ ਜਾਊਗਾ? ਬਹੁਤ ਸਾਰੀਆਂ ਸਾਡੀਆਂ ਬੀਬੀਆਂ ਮਾਵਾਂ ਭੈਣਾਂ ਵੀ ਆ ਵੀ ਆਹ ਸੂਟ ਤਾਂ ਮੈਂ ਕੱਲ੍ਹ ਪਾਇਆ ਸੀ, ਗੁਰਦੁਆਰੇ ਇਹੀ ਪਾ ਕੇ ਜਾਵਾਂ, ਹੁਣ ਪਿਛਲੀ ਸੰਗਰਾਂਦ 'ਤੇ ਵੀ ਇਹੀ, ਤੇ ਹੁਣ ਫੇਰ ਇਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਹੜੇ ਰਾਹ ਤੁਰ ਪਏ ਅਸੀਂ? ਇਹ ਤੋਂ ਬਚੋ। ਕੱਪੜ ਭੋਗ, ਕਹਿੰਦੇ ਭਾਈ ਇਹਨਾਂ ਕੱਪੜਿਆਂ ਦੇ ਭਾਵਾਂ ਅੰਬਾਰ ਲਾ ਲਓ, ਇਹਦੇ ਨਾਲ ਕੋਈ ਮਨ ਦੀ ਤ੍ਰਿਪਤੀ ਨਹੀਂ। ਇਹ ਸਰੀਰ ਦੇ ਸਾਧਨ ਨੇ, ਸੁਹੱਪਣ ਦਾ ਲਾਲਚ ਹੈ, ਇਹਦੇ ਵਿੱਚ ਲੱਗ ਗਿਆ ਤੇ ਤੂੰ ਤਰ੍ਹਾਂ ਤਰ੍ਹਾਂ ਦੇ ਭੋਗ ਭੋਗਣ ਦੇ ਵਿੱਚ ਕਹਿੰਦੇ ਭਾਈ ਤੂੰ ਲਪਟ ਗਿਆ। ਤੇ ਇਹਦੇ ਵਿੱਚ ਸਭ ਤੋਂ ਮਹਿੰਗਾ ਕੀ ਸੀ? ਸੋਨਾ। ਫਿਰ ਉਹ ਤੋਂ ਬਾਅਦ ਸੀ ਚਾਂਦੀ, ਤੇ ਉਹਦੇ ਤੋਂ ਬਾਅਦ ਸੀ ਤੇਰੀ ਜਾਇਦਾਦ।
ਕਹਿੰਦੇ ਇਹ ਸਾਰੇ ਖਾਕ ਹੋ ਜਾਣ ਵਾਲੇ ਨੇ, ਮਿੱਟੀ ਹੋ ਜਾਣ ਵਾਲੇ ਨੇ। ਤੇ ਇਸ ਵਾਸਤੇ ਇਹ ਤੋਂ ਬਚਣਾ ਕਰੋ। ਖਾਰ ਸਮੁੰਦ ਢਨੋਲੀਐ ਕਮਰੀਆਂ ਪਾਵੈ, ਦਿਨ ਦੋ ਚਾਰ ਸੁਹਾਵਣਾ ਤਿਸ ਮਾਟੀ ਖਾਵੈ। ਕਹਿੰਦੇ ਫਿਰ ਇਹਨੂੰ ਮਿੱਟੀ ਖਾ ਜੂ ਨਾ। ਕਹਿੰਦੇ ਭਾਵੇਂ ਸਮੁੰਦਰਾਂ ਨੂੰ ਰਿੜਕ ਕੇ ਮਨ ਕੱਢੇ ਹੋਣ, ਮੋਤੀ ਕੱਢੇ ਹੋਣ, ਹੀਰੇ ਕੱਢੇ ਹੋਣ, ਕੱਢਣ ਵਾਲਾ ਤਾਂ ਚਲੇ ਜਾਏ ਨਾ, ਖਾਕ ਹੋ ਜਾਵੇਗਾ। ਇਸ ਵਾਸਤੇ ਸਤਿਗੁਰੂ ਫਰਮਾਉਂਦੇ ਨੇ ਕਿ ਇਹ ਮਿੱਟੀ ਦੀ ਢੇਰੀ ਹੈ ਸਾਰੀ ਭਾਈ। ਕੀ ਨੇ? ਕਹਿੰਦੇ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ਸਾਡੇ ਵੱਸ ਤੋਂ ਪਰਾਂ ਦੀਆਂ ਗੱਲਾਂ, ਪਰ ਪਰਮਾਤਮਾ ਕਹਿੰਦੇ ਜੇ ਉਹਨਾਂ ਦੀ ਇਹ ਹਾਲਤ ਹੈ ਤੇ ਤੂੰ ਵੀ ਸਮਝ ਲੈ। ਹੈਵਰ ਹੁੰਦੇ ਨੇ ਸਮੁੰਦਰੀ ਘੋੜੇ, ਤੇ ਗੈਵਰ ਹੁੰਦੇ ਨੇ ਹਾਥੀ, ਬਹੁਤ ਚਿੱਟੇ ਰੰਗ ਦੇ ਸੁੰਦਰ ਹਾਥੀ। ਕਹਿੰਦੇ ਹੈਵਰ ਗੈਵਰ ਬਹੁ ਰੰਗੇ, ਬਣਿਆ ਰੰਗਾਂ ਤਰਿੰਗਾਂ ਦੇ ਮਹਿੰਗੇ ਮਹਿੰਗੇ ਘੋੜੇ ਤੇ ਹਾਥੀ। ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ਇਹੋ ਜਿਹੇ ਰੱਥ ਬਣਾ ਲਏ ਜਿਹੜੇ ਥੱਕਦੇ ਨਹੀਂ। ਅੱਜ ਜਿਵੇਂ ਹੁਣ ਵੱਡੇ ਵੱਡੇ ਟੈਂਕ ਥੱਕਣ ਤੋਂ ਰਹਿਤ ਨੇ, ਹਵਾਈ ਜਹਾਜ਼ ਨੇ, ਗਾਥਾਵਾਂ ਨੇ ਕਿ ਰਾਵਣ ਕੋਲ ਹਵਾਈ ਘੋੜੇ ਸਨ ਜਿਹੜੇ ਰੱਥਾਂ ਨੂੰ ਜੋੜ ਦਿੰਦੇ ਸਨ। ਪਰ ਉਹ ਵਿਚਾਰ ਇਹ ਗਾਥਾਵਾਂ ਨੇ, ਸਾਖੀਆਂ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਵੇਂ ਤੂੰ ਆਪਣੀ ਅਕਲ ਦੇ ਨਾਲ ਥੱਕਣ ਤੋਂ ਰਹਿਤ, ਹੁਣ ਬਣੀ ਗਈਆਂ ਨਾ ਭਾਈ ਮੋਟਰਾਂ ਗੱਡੀਆਂ ਥੱਕਦੀਆਂ ਕਿਤੇ। ਇਸ ਵਾਸਤੇ ਕਹਿੰਦੇ ਇਹੋ ਜਿਹੇ ਇੰਜਨ ਤਿਆਰ ਕਰ ਲਏ, ਇਹੋ ਜਿਹੇ ਤੂੰ ਸਾਧਨ ਤਾਂ ਤਿਆਰ ਕਰ ਲਏ, ਪਰ ਇਹੋ ਜਿਹੇ ਤੂੰ ਵੱਡੇ ਵੱਡੇ ਚੰਗੇ ਚੰਗੇ ਘੋੜੇ ਖਰੀਦ ਲਏ, ਹਾਥੀ ਖਰੀਦ ਲਏ, ਤੇ ਨਾਲ ਨਾਲ ਤੂੰ ਸੋਹਣੇ ਰੱਥ ਬਣਾ ਲਏ ਜਿਨ੍ਹਾਂ 'ਤੇ ਬਹਿਣ ਵਾਲੇ ਵੀ ਨਹੀਂ ਥੱਕਦੇ ਤੇ ਚੱਲਣ ਵਾਲੇ ਘੋੜੇ ਵੀ ਨਹੀਂ ਥੱਕਦੇ। ਕਹਿੰਦੇ ਇਹੋ ਜਿਹੇ ਤੂੰ ਬਣਾ ਤੇ ਲਏ, ਕਿਸ ਹੀ ਨਾਲ ਨਾ ਪਾਵ ਚੱਲੇ। ਕਹਿੰਦੇ ਭਾਈ ਕਿਸ ਹੀ ਚਿੱਤ ਨਾ ਪਾਵੇ, ਵਿਸਰਿਆ ਸਭ ਸਾਕ। ਕਹਿੰਦੇ ਭਾਈ ਕਿਸੇ ਨੂੰ ਚਿੱਤ ਵਿੱਚ ਨਹੀਂ ਸੀ ਲਿਆਉਂਦਾ ਵੀ ਮੇਰੇ ਕੋਲ ਰੱਥ ਨੇ, ਮੇਰੇ ਕੋਲ ਹਾਥੀ ਨੇ, ਮੇਰੇ ਕੋਲ ਜਾਇਦਾਦ ਹੈ, ਮੇਰੇ ਕੋਲ ਬਹੁਤ ਵੱਡੀ ਅਮੀਰੀ ਦੇ ਸਾਧਨ ਨੇ, ਤੇ ਤੂੰ ਕਿਸੇ ਨੂੰ ਚਿੱਤ ਥੱਲੇ ਲਿਆਉਂਦਾ ਹੀ ਨਹੀਂ ਸੀ। ਤੈਨੂੰ ਆਉਣ ਵਾਲੇ ਮਿਲਦੇ ਸੀ ਜਿਉਂ ਸਰ ਧਨ ਨਿਰਧਨ ਕਹਿ ਜਾਏ, ਅੱਗੇ ਬੈਠਾ ਪੀਠ ਫਰਾਏ। ਕਹਿੰਦੇ ਜੇ ਗਰੀਬ ਆਦਮੀ ਅਮੀਰ ਕੋਲੇ ਚਲਿਆ ਜਾਵੇ, ਅੱਗੇ ਬੈਠਾ ਹੀ ਮੂੰਹ ਫੇਰ ਲੈਂਦਾ, ਮੈਂ ਤੈਨੂੰ ਜਾਣਦਾ ਹੀ ਨਹੀਂ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿਸੇ ਚਿੱਤ ਨਾ ਵੀ ਕਿਸੇ ਨੂੰ ਚਿੱਤ ਥੱਲੇ ਲਿਆਉਂਦਾ ਹੀ ਨਹੀਂ ਸੀ। ਵਿਸਰਿਆ ਸਭ ਸਾਕ, ਸਾਰੇ ਸਾਕ ਹੀ ਭੁਲਾ ਕੇ ਬੈਠਾ ਸੀ, ਰਿਸ਼ਤੇਦਾਰੀਆਂ ਹੀ। ਸਿਰਜਣਹਾਰ ਭੁਲਾਇਆ ਵਿਨ ਆਵੈ ਨਾ ਪਾਕ। ਕਹਿੰਦੇ ਤੂੰ ਕੱਲੀਆਂ ਰਿਸ਼ਤੇਦਾਰੀਆਂ ਨਹੀਂ ਵਿਸਾਰੀਆਂ, ਤੂੰ ਤੇ ਉਸ ਸਿਰਜਣਹਾਰ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਵੀ ਭੁਲਾ ਦਿੱਤਾ ਸੀ। ਤੇ ਵਿਨ ਆਵੈ ਨਾ ਪਾਕ, ਸਤਿਗੁਰੂ ਜੀ ਫਰਮਾਉਂਦੇ ਨੇ ਨਾ ਪਾਕ ਅਪਵਿੱਤਰ। ਪਾਕ ਹੁੰਦਾ ਪਵਿੱਤਰ, ਨਾ ਪਾਕ ਹੁੰਦਾ ਅਪਵਿੱਤਰ। ਕਹਿੰਦੇ ਭਾਈ ਬਿਨਾਂ ਨਾਮ ਤੋਂ ਤੂੰ ਅਪਵਿੱਤਰ ਹੈ, ਤੇਰੀ ਬੁੱਧੀ ਅਪਵਿੱਤਰ ਹੈ, ਇਹ ਮੰਦੀ ਹੈ। ਇਸ ਵਾਸਤੇ ਇਹ ਮੰਦ ਵਾਸ਼ਨਾ ਦੇ ਵਿੱਚ ਹੀ ਲੱਗੀ ਹੋਈ ਹੈ। ਇਸ ਲਈ ਭਾਈ ਤੂੰ ਸਿਰਜਣਹਾਰ ਅਕਾਲ ਪੁਰਖ ਨੂੰ ਭੁਲਾ ਤਾਂ ਲਿਆ, ਤੇ ਫਿਰ ਕਰਦਾ ਕੀ ਹੈ? ਲੈਂਦਾ ਬਦ ਦਵਾਏ ਤੂੰ ਮਾਇਆ ਕਰ ਅਕਤ। ਕਹਿੰਦਾ ਤੂੰ ਬਦ ਦਵਾਵਾਂ ਲੈਣਾ, ਤੂੰ ਬਦ ਅਸੀਸਾਂ ਲੈਣੀਆਂ ਤਿਸੀ ਅਸੀਸਾਂ। ਲੈਂਦਾ ਬਦ ਦਵਾਏ ਤੂੰ ਮਾਇਆ ਕਰ ਇਕੱਤ। ਮਾਇਆ ਇਕੱਠੀ ਕਰਨ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਪਾਪਾਂ ਬਾਝੋਂ ਹੋਵੈ ਨਾਹੀ, ਮੋਇਆ ਸਾਥ ਨਾ ਜਾਈ। ਕਿਸੇ ਦਾ ਗਲ ਘੁੱਟ ਦਿੱਤਾ, ਕਿਸੇ ਨਾਲ ਧੋਖਾ ਕਰ ਲਿਆ, ਕਿਸੇ ਨਾਲ ਕਿਰਤ ਘਣਪੁਣਾ ਕੀਤਾ, ਕਿਵੇਂ ਨਾ ਕਿਵੇਂ ਇਹ ਮਾਇਆ ਇਕੱਠੀ ਕੀਤੀ ਨਾ। ਹਜ਼ੂਰ ਫਰਮਾਉਂਦੇ ਨੇ ਪਰ ਜਿਹਦੇ ਨਾਲ ਧੋਖਾ ਕੀਤਾ, ਛਲ ਕੀਤਾ, ਉਹ ਤਾਂ ਬਦਦੁਆ ਦੇਵੇਗਾ ਹੀ ਨਾ। ਵੀ ਬੰਦਾ ਛਲੀਆ, ਹੇ ਪ੍ਰਮਾਤਮਾ ਮੇਰੇ ਨਾਲ ਇਹਨੇ ਭਲਾ ਨਹੀਂ ਕੀਤਾ, ਇਹਦਾ ਭਲਾ ਨਾ ਹੋਵੇ, ਦੇਵੇਗਾ ਨਾ ਬਦਦੁਆ। ਲੈਂਦਾ ਬਦ ਦਵਾਏ ਤੂੰ ਮਾਇਆ ਕਰ ਇਕੱਤ। ਮਾਇਆ ਨੂੰ ਇਕੱਠੀ ਕਰਨ ਵਾਸਤੇ ਬੇਅੰਤ ਬਦਦੁਆਵਾਂ ਲੈਣਾ, ਬਦ ਅਸੀਸਾਂ ਲੈਣਾ ਹੈ। ਪਰ ਤੂੰ ਇਹ ਸਮਝ ਤੋਂ ਪਰੇ ਹੋਇਆ ਬੈਠਾ ਹੈ ਕਿ ਮੈਂ ਵੀ ਇੱਕ ਦਿਨ ਲੇਖਾ ਦੇਣਾ ਹੈ। ਜਿਸ ਨੂੰ ਤੂੰ ਪਤਿਆਏਂਦਾ ਸੋ ਸਣ ਤੁਝੈ ਅਨਿਤ। ਕਹਿੰਦੇ ਜਿਹਦੇ ਤੇ ਤੂੰ ਭਤੀਜਿਆ ਬੈਠਾ ਨਾ ਵੀ ਮੈਂ ਬੜਾ ਅਮੀਰ ਬਣ ਗਿਆ, ਤੇ ਫਿਰ ਤੂੰ ਗਰੀਬੀਆਂ ਨੂੰ ਭਤੀਜਦਾ ਹੈ। ਵੀ ਵੇਖਿਆ ਹੁਣ ਮੇਰੇ ਵੱਲ ਝਾਕਦੇ ਨਾ ਸਾਰੇ ਹੀ, ਰਿਸ਼ਤੇਦਾਰ ਆਉਂਦੇ ਨਾ ਭੱਜ ਭੱਜ ਕੇ ਮੇਰੇ ਕੋਲੇ, ਕਹਿੰਦੇ ਤੂੰ ਭਤੀਜਦਾ ਇਹਨਾਂ ਤੇ। ਪਰ ਹੋਵੇਗਾ ਕੀ?
ਕਹਿੰਦੇ ਸੋ ਸਣ ਤੁਝੇ ਅਨਿਤ, ਜਿਹੜੀ ਮਾਇਆ ਕਰਕੇ ਤੂੰ ਭਤੀਜਿਆ ਬੈਠਾ ਹੈ, ਸੋ ਉਹ ਮਾਇਆ ਤੇ ਤੇਰੇ ਸਮੇਤ ਅਨਿਤ ਹੈ, ਨਿਤ ਰਹਿਣ ਵਾਲੀ ਨਹੀਂ। ਕਲਗੀਧਰ ਪਾਤਸ਼ਾਹ ਨੇ ਅਨਿਤ ਦੀ ਅਰਥ ਕਰਦਿਆਂ ਸਵਈਆ ਲਿਖਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਾਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਤੜਾ ਭਵ ਸਾਗਰ ਤਾਰੈ। ਸਤਿਗੁਰੂ ਜੀ ਫਰਮਾਉਂਦੇ ਨੇ ਇਹ ਦੇਹ ਅਨਿਤ ਹੈ। ਇੱਥੇ ਵੀ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਇਹ ਤੇਰੇ ਸਮੇਤ ਤੇਰੀ ਮਾਇਆ ਅਨਿਤ ਹੈ, ਨਿਤ ਰਹਿਣ ਵਾਲੀ ਨਹੀਂ ਹੈ। ਅਹੰਕਾਰ ਕਰੈ ਅਹੰਕਾਰੀਆ, ਵਿਆਪਿਆ ਮਨ ਕੀ ਮਤ, ਤੂੰ ਆਪਣੀ ਮਨ ਦੀ ਮਤ ਪਿੱਛੇ ਲੱਗ ਗਿਆ। ਤੈਨੂੰ ਹੁਕਮ ਕੀ ਸੀ? ਗੁਰ ਕੀ ਮਤ ਤੂੰ ਲੈ ਇਹ ਆਣੇ, ਭਗਤ ਬਿਨਾ ਡੂਬੇ ਸਿਆਣੇ, ਤੂੰ ਤੇ ਆਪਣੀ ਮਤ ਹੀ ਵਰਤਣ ਲੱਗ ਪਿਆ। ਨਹੀਂ ਭਾਈ, ਤੇਰੀ ਮਤ ਤਾਂ ਓਡੀ ਵੱਡੀ ਹੈ ਨਹੀਂ ਸੀ, ਤੈਨੂੰ ਗੁਰੂ ਕੀ ਮਤ ਲੈਣੀ ਚਾਹੀਦੀ। ਗੁਰ ਕੀ ਮਤ ਤੂੰ ਲੈ ਇਹ ਆਣੇ, ਤਾਂ ਜੀ ਕਿਹਾ ਸੀ ਕਿ ਗੁਰੂ ਕੀ ਮਤ ਲੈ ਤੂੰ ਤੇ ਇਹਦੇ ਵਿੱਚ ਹੀ ਹੰਕਾਰ ਵਿੱਚ ਹੀ ਪੈ ਗਿਆ ਕਿ ਮੇਰਾ ਹੀ ਮੈਂ ਸਭ ਤੋਂ ਸਿਆਣਾ। ਜੇ ਕੋਈ ਗੁਰਮੁਖ ਮਤ ਦੇ ਵੀ ਤੂੰ ਕਹਿੰਦੇ ਆਪਣੀ ਮਤ ਕੋਲੇ ਰੱਖ ਤੂੰ, ਇੰਨੇ ਹੰਕਾਰ ਵਿੱਚ ਬੋਲਣ ਲੱਗ ਪਿਆ ਤੇ ਤੂੰ ਆਪਣੀ ਮਤ ਦੇ ਵਿੱਚ ਹੀ ਰੰਗਿਆ ਗਿਆ। ਅਸਲ ਵਿੱਚ ਇਹ ਮਤ ਨਹੀਂ ਸੀ, ਇਹ ਤੇਰੀ ਕੁਮਤ ਸੀ, ਕੁਮਤ ਦੇ ਵਿੱਚ ਹੀ ਰੰਗੇ ਗਿਆ। ਤਿਨ ਪ੍ਰਭ ਆਪ ਭੁਲਾਇਆ, ਨਾ ਤਿਹ ਜਾਤ ਨਾ ਪਤ। ਕਹਿੰਦੇ ਭਾਈ ਜਿਹਨੂੰ ਪ੍ਰਮਾਤਮਾ ਨੇ ਤੇਰੀਆਂ ਕਰਤੂਤਾਂ ਵੇਖ ਕੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਤੇਰੀ ਕਰਤੂਤ ਕਰਨੀ ਵੇਖ ਕੇ ਕਿ ਤੂੰ ਸਿੱਧੇ ਕੰਮ ਨੂੰ ਕਰਨ ਵਾਲਾ ਹੀ ਨਹੀਂ, ਤੂੰ ਗੁਰੂ ਕੀ ਮਤ ਗ੍ਰਹਿਣ ਹੀ ਨਹੀਂ ਕੀਤੀ, ਸੰਗਤ ਵਿੱਚ ਆਇਆ ਹੀ ਨਹੀਂ, ਇਹ ਤੇਰੇ ਕਰਮਾਂ ਦਾ ਫਲ ਕੀ ਹੋਇਆ ਫਿਰ? ਕਹਿੰਦੇ ਤੈਨੂੰ ਪ੍ਰਭੂ ਨੇ ਆਪ ਹੀ ਭੁਲਾ ਦਿੱਤਾ ਵੀ ਜਾ ਭਾਈ, ਜੇ ਤੂੰ ਸਿੱਧਾ ਕੰਮ ਕਰਨਾ ਹੀ ਨਹੀਂ, ਗੁਰਮਤ ਵਾਲੇ ਪਾਸੇ ਆਉਣਾ ਨਹੀਂ, ਤਾਂ ਤੇਰੀ ਮਰਜ਼ੀ ਹੈ, ਤੂੰ ਇਸ ਪਾਸੇ ਹੀ ਤੁਰਿਆ ਰਹਿ, ਨਾ ਤਿਸ ਜਾਤ ਨਾ ਪਤ। ਕਹਿੰਦੇ ਫਿਰ ਤੂੰ ਭਲਾ ਕਿਸੇ ਜਾਤ ਦਾ ਹੋਵੇ, ਤੈਨੂੰ ਜਾਤ ਬਹਾਨੀ ਵੀ ਕਿਹਾ ਜਾਵੇ, ਕੋਈ ਇੱਥੇ ਫਰਕ ਨਹੀਂ ਪੈਣਾ, ਕਿਉਂਕਿ ਇੱਥੇ ਜਾਤ ਦਾ ਕੋਈ ਅਰਥ ਹੀ ਨਹੀਂ। ਇੱਥੇ ਤੇ ਕਰਮਾਂ ਦਾ ਅਰਥ ਹੈ, ਕਰਨੀ ਦਾ ਅਰਥ ਹੈ, ਕਰਨੀ ਪ੍ਰਧਾਨ ਹੈ। ਇਸ ਵਾਸਤੇ ਇਹਨਾਂ ਜਾਤਾਂ ਦੇ ਪਾਤਾਂ ਦਾ ਤੈਨੂੰ ਕੋਈ ਲਾਭ ਨਹੀਂ ਹੋਣਾ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਭਾਈ ਸਾਡੀ ਇਹ ਮਨ ਦੇ ਪਏ ਹੋਏ ਵਿਛੋੜੇ ਨੂੰ ਪਰਮਾਤਮਾ ਨਾਲ ਸਾਡੀ ਆਤਮਾ ਨੂੰ ਮਿਲਾ ਸਕਦਾ ਹੈ। ਹੋਰ ਕੋਈ ਸਾਧਨ ਨਹੀਂ, ਇੱਕੋ ਇੱਕ ਸਾਧਨ ਹੈ ਸਤਿਗੁਰ ਪੁਰਖ ਮਿਲਾਇਆ। ਇੱਕੋ ਇੱਕ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਭਾਈ ਉਹ ਮਿਲਾ ਸਕਦਾ। ਇੱਕੋ ਸੱਜਣ ਸੋਏ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਹੈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਉਹ ਮਿਲਾ ਸਕਦੇ ਨੇ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉਮੈ ਰੋਏ। ਕਹਿੰਦੇ ਭਾਈ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹਨਾਂ ਦਾ ਰਾਖਾ ਆਪ ਵਾਹਿਗੁਰੂ ਹੈ। ਰੋਏ ਨਾ ਰੋਹ ਦਾ ਵੀ ਹੈ, ਰੋਸ ਦਾ ਵੀ ਹੈ, ਰੋਏ ਨਾਮ ਰੋਣ ਦਾ ਵੀ ਹੈ। ਕਹਿੰਦੇ ਆ ਸਿਆਪੇ ਕਰਨ ਵਾਲੀਆਂ ਮਾਈਆਂ ਥੋੜ੍ਹੀਆਂ ਰੋਂਦੀਆਂ, ਉਹਨਾਂ ਨੂੰ ਕੁਛ ਮਿਲਦਾ? ਕਹਿੰਦੇ ਰੋਈ ਜਾ ਬੈਠਾ ਕਿ ਮੇਰੇ ਤੇ ਕਰਮ ਹੀ ਇਹੋ ਜਿਹੇ, ਮੈਂ ਇਹੋ ਜਿਹਾ ਹੀ ਸੀ। ਨਹੀਂ ਭਾਈ, ਉਦਮ ਕਰਨਾ ਚਾਹੀਦਾ ਸੀ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੇ ਤੂੰ ਹਰੀ ਪਰਮਾਤਮਾ ਦਾ ਜਨ ਬਣ ਕੇ, ਸੇਵਕ ਬਣ ਕੇ, ਭਗਤ ਬਣ ਕੇ ਭਗਤੀ ਦੇ ਰਸਤੇ ਤੇ ਤੁਰ ਪਿਆ ਤੇ ਫਿਰ ਤੇਰੀ ਰੱਖਿਆ ਕਰਨ ਵਾਲਾ ਆਪ ਅਕਾਲ ਪੁਰਖ ਵਾਹਿਗੁਰੂ ਹੈ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਫਿਰ ਭਾਈ ਜਿਹੜੇ ਭਾਉ ਭਗਤੀ ਵਿੱਚ ਰੰਗੇ ਹੋਏ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗਾ ਦਾਗਾ। ਕਹਿੰਦੇ ਭਾਈ ਉਹ ਪ੍ਰਭੂ ਦੇ ਪਿਆਰੇ ਜੋ ਚਾਹੁਣ ਕਰ ਲੈਂਦੇ ਨੇ, ਕਿਉਂਕਿ ਦਰ ਫੇਰ ਨਾ ਕੋਈ ਪਾਏਂਦਾ। ਕਹਿੰਦੇ ਭਾਈ ਉਹਨਾਂ ਨੂੰ ਪ੍ਰਭੂ ਦੀ ਦਰਗਾਹ 'ਚੋਂ, ਸਤ ਸੰਗਤ ਰੂਪੀ ਦਰਗਾਹ ਵਿੱਚੋਂ ਕੋਈ ਫੇਰਦਾ ਨਹੀਂ, ਮੋੜਦਾ ਨਹੀਂ। ਇਸ ਵਾਸਤੇ ਭਗਤ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਹੇ ਪਰਮਾਤਮਾ ਤੂੰ ਸਮਰੱਥ ਅਕਾਲ ਪੁਰਖ ਹੈ, ਚਾਰ ਪਦਾਰਥ ਦੇਤ ਨਾ ਵਾਰ। ਚਾਰ ਪਦਾਰਥ ਦੇਣ ਵਾਸਤੇ ਤੂੰ ਸਮਾਂ ਨਹੀਂ ਲਾਉਂਦਾ, ਇਸ ਵਾਸਤੇ ਦਰ ਫੇਰ ਨਾ ਕੋਈ ਪਾਉਂਦਾ। ਕਹਿੰਦੇ ਕੋਈ ਦਰ ਦੇ ਵਿੱਚੋਂ ਫੇਰ ਨਹੀਂ ਸਕਦਾ। ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਕਹਿੰਦੇ ਉਹਨੂੰ ਦਰਗਾਹ ਵਿੱਚੋਂ ਕੋਈ ਫੇਰ ਨਹੀਂ ਸਕਦਾ, ਮੋੜ ਨਹੀਂ ਸਕਦਾ। ਸਤ ਸੰਗਤ ਰੂਪੀ ਦਰਗਾਹ ਵਿੱਚੋਂ ਵੀ ਉਹ ਖਾਲੀ ਨਹੀਂ ਮੁੜਦਾ, ਇੱਥੋਂ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ। ਨਾਨਕ ਰਤਾ ਰੰਗ ਹਰ
ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਆ ਨਾ, ਉਹ ਸਾਰੇ ਜੱਗ 'ਚ ਹੀ ਚਾਨਣ ਕਰ ਦਿੰਦੇ ਆ। ਜਿਵੇਂ ਬਹੁਤ ਵੱਡਾ ਮੰਦਰ ਹੋਵੇ, ਕਮਰਾ ਹੋਵੇ, ਦੀਵਾ ਇੱਕ ਹੀ ਬਾਲ ਦਈਏ ਤੇ ਸਾਰੇ ਉਸ ਘਰ ਦੇ ਵਿੱਚ ਚਾਨਣ ਹੋ ਜਾਂਦਾ ਹੈ। ਇਸ ਵਾਸਤੇ ਭਾਈ ਜਿਹੜੇ ਪ੍ਰਭੂ ਦੀ ਜੋਤ ਵਿੱਚ ਮਨ ਤੋਂ ਜੋਤ ਸਰੂਪ ਹੈ, ਉਹਦੀ ਜੋਤ ਵਿੱਚ ਜੋਤ ਮਿਲਾ ਲੈਂਦੇ ਆ ਨਾ, ਤੇ ਜਦੋਂ ਉਹ ਜੱਗ ਦੇ ਉੱਪਰ ਗਰਜਦੇ ਨੇ, ਚਮਕਦੇ ਨੇ, ਉਹਨਾਂ ਦੇ ਉਪਦੇਸ਼ ਦਾ ਚਾਨਣ ਸਾਰੇ ਜੱਗ ਵਿੱਚ ਹੋ ਜਾਂਦਾ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਾਈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਅਗਾਧ ਬੋਧ ਹੈ। ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ ਬੇਨਤੀ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਕੀ ਸੰਗਤ ਬਖਸ਼ ਲਏ। ਸਾਧ ਸੰਗਤ ਜੀ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦੇ ਪਾਤਰ ਬਣੀਏ। ਸਤਿਗੁਰੂ ਜੀ ਕਿਰਪਾ ਕਰਨਗੇ, ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰੋ ਜੀ। ਜੋ ਹਰਿ ਜਨ ਭਾਵੈ ਸੋ ਕਰੇ, ਦਰ ਫੇਰ ਨ ਪਾਵੈ ਕੋਇ। ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭੈ